ਸ਼੍ਰੀ ਅਕਾਲ ਜੀ, मैं हाँ संदेश औलख शर्मा। जगबानी टीवी ते तुहाडा सब दा बहुत-बहुत स्वागत है। वेला हुण तक दी अहम खबरां दा। बाबा जी भी ਜਿਹੜੇ ਲਗਾਤਾਰ ਇੱਥੇ ਸੰਘਰਸ਼ ਕਰ ਰਹੇ ਕਿਸਾਨੀ ਦਾ ਸੰਘਰਸ਼ ਕਰ ਰਿਹਾ। ਮੈਂ ਕਿਉਂਕਿ ਅਸੀਂ ਪਾਰਲੀਮੈਂਟ ਸੀ ਤੇ ਮੈਂ ਉੱਥੇ ਵੀਡੀਓ ਦੇਖੀ ਇਹਨਾਂ ਦੀ ਮੀਂਹ ਦੇ ਵਿੱਚ ਤੂਫਾਨ ਦੇ ਵਿੱਚ ਝੰਡਾ ਲਹਿਰਾ ਰਹੇ ਸੀ, ਬੈਠੇ ਸੀ ਤੇ ਮੈਂ ਕਹਿੰਦਾ ਇਹ ਜੀ ਖਾਲਸਾ ਪੰਥ ਦੀ ਵੱਡੀ ਤਾਕਤ ਹੈ। ਇਹ ਜਿਹੇ ਇਨਸਾਨ ਭਾਵੇਂ ਤੂਫਾਨ ਆ ਜੇ, ਭਾਵੇਂ ਭੁਚਾਲ ਆ ਜੇ, ਪਰ ਜਿੱਥੇ ਡਟ ਕੇ ਤੇ ਡਟ ਗਈ ਤੇ ਕਿਸਾਨਾਂ ਦੀ ਅੱਜ ਆਵਾਜ਼ ਬਣ ਕੇ ਜਥੇਦਾਰ ਜੀ ਬੈਠੇ ਹੈ ਤੇ ਮੈਂ ਉਹਨਾਂ ਨੂੰ ਮੇਰਾ ਦਿਲ ਕੀਤਾ ਕਿ ਮੈਂ ਇੱਥੇ ਆ ਕੇ ਚਰਨਾਂ 'ਚ ਮੱਥਾ ਟੇਕਣਾ ਤੇ ਇਹਨਾਂ ਦਾ ਆਸ਼ੀਰਵਾਦ ਲੈਣ ਵਾਸਤੇ ਕਿ ਮੈਂ ਦੇਖਿਆ ਕਿ ਇਹ ਜਿਹੇ ਇਨਸਾਨ ਜਿਹੜਾ ਸਾਰਾ ਕੁਝ ਛੱਡ ਕੇ ਆਪਣੇ ਕੌਮ ਖਾਤਰ, ਆਪਣੇ ਪੰਥ ਖਾਤਰ, ਆਪਣੀ ਕਿਸਾਨੀ ਖਾਤਰ ਸੰਘਰਸ਼ ਕਰ ਰਿਹਾ। ਸਾਨੂੰ ਮਾਣ ਹੈ ਇਹਨਾਂ ਤੇ। बहुत खुशी हुई पुत्रा तेन महाराज तेरी जुग जुग लंबी हो। ਬਾਬਾ ਜੀ ਵੀ ਜਿਹੜੇ ਲਗਾਤਾਰ ਇੱਥੇ ਸੰਘਰਸ਼ ਕਰ ਰਹੇ ਕਿਸਾਨੀ ਦਾ ਸੰਘਰਸ਼ ਕਰ ਰਿਹਾ। ਮੈਂ ਕਿਉਂਕਿ ਅਸੀਂ ਪਾਰਲੀਮੈਂਟ ਸੀ ਤੇ ਮੈਂ ਉੱਥੇ ਵੀਡੀਓ ਦੇਖੀ ਇਹਨਾਂ ਦੀ ਮੀਂਹ ਦੇ ਵਿੱਚ ਤੂਫਾਨ ਦੇ ਵਿੱਚ ਝੰਡਾ ਲਹਿਰਾ ਰਹੇ ਸੀ, ਬੈਠੇ ਸੀ ਤੇ ਮੈਂ ਕਹਿੰਦਾ ਇਹ ਜੀ ਖਾਲਸਾ ਪੰਥ ਦੀ ਵੱਡੀ ਤਾਕਤ ਹੈ। ਇਹ ਜਿਹੇ ਇਨਸਾਨ ਭਾਵੇਂ ਤੂਫਾਨ ਆ ਜੇ, ਭਾਵੇਂ ਭੁਚਾਲ ਆ ਜੇ, ਪਰ ਜਿੱਥੇ ਡਟ ਕੇ ਤੇ ਡਟ ਗਈ ਤੇ ਕਿਸਾਨਾਂ ਦੀ ਅੱਜ ਆਵਾਜ਼ ਬਣ ਕੇ ਜਥੇਦਾਰ ਜੀ ਬੈਠੇ ਹੈ ਤੇ ਮੈਂ ਉਹਨਾਂ ਨੂੰ ਮੇਰਾ ਦਿਲ ਕੀਤਾ ਕਿ ਮੈਂ ਇੱਥੇ ਆ ਕੇ ਚਰਨਾਂ 'ਚ ਮੱਥਾ ਟੇਕਣਾ ਤੇ ਇਹਨਾਂ ਦਾ ਆਸ਼ੀਰਵਾਦ ਲੈਣ ਵਾਸਤੇ ਕਿ ਮੈਂ ਦੇਖਿਆ ਕਿ ਇਹ ਜਿਹੇ ਇਨਸਾਨ ਜਿਹੜਾ ਸਾਰਾ ਕੁਝ ਛੱਡ ਕੇ ਆਪਣੇ ਕੌਮ ਖਾਤਰ, ਆਪਣੇ ਪੰਥ ਖਾਤਰ, ਆਪਣੀ ਕਿਸਾਨੀ ਖਾਤਰ ਸੰਘਰਸ਼ ਕਰ ਰਿਹਾ। ਸਾਨੂੰ ਮਾਣ ਹੈ ਇਹਨਾਂ ਤੇ। बहुत खुशी हुई पुत्रा तेन महाराज तेरी जुग जुग लंबी हो। ਬਾਬਾ ਜੀ ਵੀ ਜਿਹੜੇ ਲਗਾਤਾਰ ਇੱਥੇ ਸੰਘਰਸ਼ ਕਰ ਰਹੇ ਕਿਸਾਨੀ ਦਾ ਸੰਘਰਸ਼ ਕਰ ਰਿਹਾ। ਮੈਂ ਕਿਉਂਕਿ ਅਸੀਂ ਪਾਰਲੀਮੈਂਟ ਸੀ ਤੇ ਮੈਂ ਉੱਥੇ ਵੀਡੀਓ ਦੇਖੀ ਇਹਨਾਂ ਦੀ ਮੀਂਹ ਦੇ ਵਿੱਚ ਤੂਫਾਨ ਦੇ ਵਿੱਚ ਝੰਡਾ ਲਹਿਰਾ ਰਹੇ ਸੀ, ਬੈਠੇ ਸੀ ਤੇ ਮੈਂ ਕਹਿੰਦਾ ਇਹ ਜੀ ਖਾਲਸਾ ਪੰਥ ਦੀ ਵੱਡੀ ਤਾਕਤ ਹੈ। ਇਹ ਜਿਹੇ ਇਨਸਾਨ ਭਾਵੇਂ ਤੂਫਾਨ ਆ ਜੇ, ਭਾਵੇਂ ਭੁਚਾਲ ਆ ਜੇ, ਪਰ ਜਿੱਥੇ ਡਟ ਕੇ ਤੇ ਡਟ ਗਈ ਤੇ ਕਿਸਾਨਾਂ ਦੀ ਅੱਜ ਆਵਾਜ਼ ਬਣ ਕੇ ਜਥੇਦਾਰ ਜੀ ਬੈਠੇ ਹੈ ਤੇ ਮੈਂ ਉਹਨਾਂ ਨੂੰ ਮੇਰਾ ਦਿਲ ਕੀਤਾ ਕਿ ਮੈਂ ਇੱਥੇ ਆ ਕੇ ਚਰਨਾਂ 'ਚ ਮੱਥਾ ਟੇਕਣਾ ਤੇ ਇਹਨਾਂ ਦਾ ਆਸ਼ੀਰਵਾਦ ਲੈਣ ਵਾਸਤੇ ਕਿ ਮੈਂ ਦੇਖਿਆ ਕਿ ਇਹ ਜਿਹੇ ਇਨਸਾਨ ਜਿਹੜਾ ਸਾਰਾ ਕੁਝ ਛੱਡ ਕੇ ਆਪਣੇ ਕੌਮ ਖਾਤਰ, ਆਪਣੇ ਪੰਥ ਖਾਤਰ, ਆਪਣੀ ਕਿਸਾਨੀ ਖਾਤਰ ਸੰਘਰਸ਼ ਕਰ ਰਿਹਾ। ਸਾਨੂੰ ਮਾਣ ਹੈ ਇਹਨਾਂ ਤੇ। बहुत खुशी हुई पुत्रा तेन महाराज तेरी जुग जुग लंबी हो। ਚੰਡੀਗੜ੍ਹ ਦਾ ਮਟਕਾ ਚੌਂਕ ਤਾਂ ਵੈਸੇ ਹੀ ਬਹੁਤ ਮਸ਼ਹੂਰ ਹੈ। ਇਸ ਦੀ ਸੁੰਦਰਤਾ ਕਰਕੇ ਤਾਂ ਇਹ ਮਸ਼ਹੂਰ ਹੈ ਹੀ, ਬਲਕਿ ਲੋਕ ਇੱਥੇ ਰੋਸ ਮੁਜ਼ਾਹਰੇ ਕਰਦੇ ਰਹਿੰਦੇ ਨੇ, ਇਸ ਲਈ ਵੀ ਇਹ ਕਾਫੀ ਜ਼ਿਆਦਾ ਮਸ਼ਹੂਰ ਹੈ। ਲੇਕਿਨ ਜਦੋਂ ਤੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਹੈ, ਉਦੋਂ ਤੋਂ ਲੈ ਕੇ ਨਿਹੰਗ ਬਾਬਾ ਲਾਭ ਸਿੰਘ ਕੱਲੇ ਹੀ ਇਸ ਮਟਕਾ ਚੌਂਕ ਦੇ ਵਿੱਚ ਡਟੇ ਹੋਏ ਨੇ ਤੇ ਬੀਤੇ ਦਿਨੀ ਭਾਰੀ ਮੀਂਹ ਦੇ ਵਿੱਚ ਵੀ ਬਾਬਾ ਲਾਭ ਸਿੰਘ ਮਟਕਾ ਚੌਂਕ ਦੇ ਵਿੱਚ ਸੰਘਰਸ਼ ਕਰਦੇ ਰਹੇ। ਉਹਨਾਂ ਨੇ ਪ੍ਰਤੀਗਿਆ ਲਈ ਹੈ ਕਿ ਜਦੋਂ ਤੱਕ ਕਿਸਾਨ ਅੰਦੋਲਨ ਦਿੱਲੀ ਦੇ ਵਿੱਚ ਹੋਵੇਗਾ ਅਤੇ ਖੇਤੀ ਕਾਨੂੰਨਾਂ ਦਾ ਕੋਈ ਹੱਲ ਨਹੀਂ ਨਿਕਲਦਾ, ਉਦੋਂ ਤੱਕ ਉਹ ਐਵੇਂ ਹੀ ਬੈਠੇ ਰਹਿਣਗੇ। ਬਾਬਾ ਲਾਭ ਸਿੰਘ ਬੀਤੇ 3 ਮਹੀਨਿਆਂ ਤੋਂ ਇੱਥੇ ਡਟੇ ਹੋਏ ਨੇ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕਈ ਵਾਰ ਇੱਥੋਂ ਉਹਨਾਂ ਨੂੰ ਉਠਾਉਣ ਦੀ ਕੋਸ਼ਿਸ਼ ਵੀ ਕੀਤੀ ਗਈ, ਲੇਕਿਨ ਉਹ ਟਸ ਤੋਂ ਮਸ ਨਹੀਂ ਹੋਏ। ਲੇਕਿਨ ਹੈਰਾਨ ਕਰ ਦੇਣ ਵਾਲੀ ਗੱਲ ਇੱਕ ਹੋਰ ਸਾਹਮਣੇ ਆਈ ਹੈ ਕਿ ਹੁਣ ਜਦੋਂ ਤੁਸੀਂ ਗੂਗਲ ਮੈਪ ਉੱਤੇ ਮਟਕਾ ਚੌਂਕ ਨੂੰ ਸਰਚ ਕਰੋਗੇ ਤਾਂ ਅੱਜਕੱਲ ਤੁਹਾਨੂੰ ਮਟਕਾ ਚੌਂਕ ਬਾਬਾ ਲਾਭ ਸਿੰਘ ਚੌਂਕ ਦੇ ਰੂਪ ਦੇ ਵਿੱਚ ਵੇਖਣ ਨੂੰ ਮਿਲੇਗਾ ਅਤੇ ਹੁਣ ਉੱਥੇ ਤੁਹਾਨੂੰ ਮਟਕਾ ਚੌਂਕ ਵਿਖਾਈ ਨਹੀਂ ਦੇਵੇਗਾ। ਇਸ ਨੂੰ ਲੈ ਕੇ ਕਈ ਵਾਰ ਜਦੋਂ ਅਸੀਂ ਸਰਚ ਕੀਤੀ ਤਾਂ ਅਸੀਂ ਪਾਇਆ ਕਿ ਸੱਚਮੁੱਚ ਹੀ ਗੂਗਲ ਮੈਪ ਵਿੱਚ ਮਟਕਾ ਚੌਂਕ ਹੁਣ ਬਾਬਾ ਲਾਭ ਸਿੰਘ ਚੌਂਕ ਦੇ ਰੂਪ ਵਿੱਚ ਵਿਖਾਈ ਦੇ ਰਿਹਾ ਹੈ। ਬਾਬਾ ਲਾਭ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹ ਕਿਸਾਨਾਂ ਦੇ ਨੌਕਰ ਨੇ ਤੇ ਜਦੋਂ ਤੱਕ ਦਿੱਲੀ ਤੋਂ ਕਿਸਾਨ ਅੰਦੋਲਨ ਨਹੀਂ ਖਤਮ ਹੁੰਦਾ ਤਾਂ ਉਹ ਇੱਥੇ ਮੋਰਚਾ ਲਗਾ ਕੇ ਬੈਠੇ ਰਹਿਣਗੇ, ਚਾਹੇ ਉਹ ਮਰ ਕਿਉਂ ਨਾ ਜਾਣ। ਇਹਦੇ ਬਾਰੇ ਭਾਈ ਮੈਂ ਕਿਸਾਨਾਂ ਦਾ ਨੌਕਰ ਹਾਂ, ਦਿੱਲੀ ਵਾਲਿਆਂ ਦਾ। ਮੈਂ ਮੇਰੀ ਜ਼ਬਾਨ ਨਹੀਂ ਕੁਝ ਕਹਿ ਸਕਦੀ। ਉਹ ਆਉਣਗੇ ਤੇ ਆਣ ਕੇ ਤੇ ਕਹਿਣਗੇ ਮੈਂ ਨਹੀਂ ਕੁਝ ਕਹਿ ਸਕਦਾ। ਮੈਂ ਉਹਨਾਂ ਦਾ ਹੁਕਮ ਮੰਨ ਕੇ ਦਿੱਲੀ ਤੋਂ ਇੱਥੇ ਆਪਣੇ ਜੀਵਨੀ ਦੀ ਅਰਦਾਸ ਕਰਕੇ ਬੈਠਾ ਹੋਇਆ ਵਾਂ। ਪਹਿਲੋਂ ਦਿੱਲੀ ਉੱਠੇਗੀ
ਫਿਰ ਮਟਕਾ ਚੌਂਕ ਤੋਂ ਦਿੱਲੀ ਵਾਲੇ ਮੈਨੂੰ ਆਣ ਕੇ ਠਾਣਗੇ। ਜੇ ਕੋਈ ਜਿਉਂਦਾ ਰਿਹਾ ਤੇ ਠਾਏਗਾ, ਜੇ ਕੋਈ ਮਰ ਗਿਆ ਤੇ ਮੁੜੋ ਕਿੰਨੇ ਵੇਖ। ਨਹੀਂ, ਇਹ ਚੌਂਕ ਲਾਭ ਸਿੰਘ ਦੇ ਨਾਮ ਤੇ ਅੱਜ ਨੱਟ ਦੱਸ ਰਿਹਾ। ਇੱਥੇ ਲਾਭ ਸਿੰਘ ਨੇ ਦੁਕਾਨ ਨਹੀਂ ਖੋਲਣੀ, ਇੱਥੇ ਗੁਰੂ ਨਾਨਕ ਦੇਵ ਦਾ ਪ੍ਰਤਾਪ ਚੱਲਣਾ ਹੈ। ਔੜਾ ਲੰਗਰ ਤੰਬੂ ਦੇ ਵਿੱਚ ਚੱਲਦਾ ਪਿਆ। ਆ ਮੇਰੀਆਂ ਭੈਣਾਂ ਪਕਾਣਗੀਆਂ, ਉਹ ਕਿਸਾਨਾਂ ਦੇ ਦੂਜਾ ਤੀਜਾ ਵੇ ਰੋਟੀਆਂ ਖਾਣ, ਚਾਹ ਦਾ ਤੇ ਰੋਟੀ ਮਿੱਸੀ ਦਾ ਲੰਗਰ ਚੱਲੇਗਾ। ਸਿੱਖ ਕਿਸੇ ਦਾ ਰਾਜ ਖੁੰਦਾ ਨਹੀਂ, ਸਿੱਖ ਦਾ ਰਾਜ ਹੁੰਦਾ ਜਿੱਥੇ ਸਿੱਖ ਹੋਵੇ ਉੱਥੇ ਉਹਦਾ ਰਾਜ ਹੈ। ਉਹ ਗੁਰੂ ਨਾਨਕ ਦੇਵ ਦਾ ਨੌਕਰ ਹੈ। ਉਹ ਵਰਜੇ ਤਲਵਾਰ ਦਾ ਇੱਕ ਨੂੰ ਉਹਦਾ ਗੁਰੂ ਬਣਾ ਗਿਆ ਹੈ, ਆਪਣੀ ਪਛਾਣ ਬਣਾ ਗਿਆ। ਇਹ ਗੁਰੂ ਗੋਬਿੰਦ ਸਿੰਘ ਦਾ ਸਿਪਾਹੀ ਹੈ। ਇਹ ਲੋਕ ਇਹਨਾਂ ਨੂੰ ਬਾਣੇ ਦਾ ਗਿਆਨ ਨਹੀਂ ਵਿਚਾਰਿਆ, ਇਹ ਆਪਣੀ ਬੁੱਧੀ ਤੋਂ ਅੰਨੇ ਨੇ। ਜੇ ਗਿਆਨ ਨਹੀਂ, ਗੁਰੂ ਗੋਬਿੰਦ ਸਿੰਘ ਨੇ ਰਿਧੀਆਂ ਸਿੱਧੀਆਂ ਵਾਲਿਆਂ ਨੂੰ 1 ਮਿੰਟ ਦੇ ਵਿੱਚ ਰਾਹ ਵਿਖਾ ਦਿੱਤਾ ਸੀ। ਉੱਥੇ ਹੀ ਬਾਬਾ ਲਾਭ ਸਿੰਘ ਨੂੰ ਮਿਲਣ ਦੇ ਲਈ ਹਰ ਰੋਜ਼ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਪਹੁੰਚਦੇ ਨੇ ਤੇ ਬਾਬਾ ਲਾਭ ਸਿੰਘ ਹਮੇਸ਼ਾ ਕਿਸਾਨੀ ਝੰਡਾ ਲੈ ਕੇ ਮਟਕਾ ਚੌਂਕ ਦੇ ਵਿੱਚ ਡਟੇ ਵਿਖਾਈ ਦਿੰਦੇ ਨੇ। ਅੱਜ ਸਾਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਜੀ, ਇੱਥੇ ਬਾਬਾ ਜੀ ਨੂੰ ਮਿਲਣ ਦਾ ਤੇ ਬਹੁਤ ਸੁਣਿਆ ਸੀ, ਨੈੱਟ ਤੇ ਬਹੁਤ ਦੇਖ ਰਹੇ ਸੀ ਤੇ ਚੱਲ ਇੱਥੇ ਆਏ ਅਸੀਂ, ਸਾਨੂੰ ਮੌਕਾ ਮਿਲਿਆ ਬਾਬਾ ਜੀ ਨੂੰ ਮਿਲਣ ਤੇ ਬਹੁਤ ਵਧੀਆ ਲੱਗਿਆ ਜੀ, ਬਹੁਤ ਖੁਸ਼ੀ ਮਿਲੀ ਸਾਨੂੰ। ਬਾਬਾ ਜੀ ਤੋਂ ਬਹੁਤ ਕੁਝ ਸੁਣਨ ਨੂੰ ਮਿਲਿਆ ਜੀ ਤੇ ਬਹੁਤ ਕੁਝ ਇਹਨਾਂ ਨੇ ਸਾਨੂੰ ਦੱਸਿਆ। ਬਾਕੀ ਤੁਸੀਂ ਵੀਡੀਓ ਤੇ ਇਹਨਾਂ ਦੇ ਆਪ ਦੇ ਵੀ ਤੁਸੀਂ ਇਹਨਾਂ ਦੇ ਵਿਚਾਰ ਇਹਨਾਂ ਨੇ ਸਾਂਝੇ ਕੀਤੇ ਨੇ, ਤੁਸੀਂ ਉਹ ਦੇਖ ਹੀ ਲਏ ਨੇ ਤੇ ਸਾਨੂੰ ਤਾਂ ਜੀ ਬਹੁਤ ਵਧੀਆ ਲੱਗਿਆ ਸੀ। ਸਾਨੂੰ ਮੈਂ ਤਾਂ ਬੇਨਤੀ ਕਰਦਾ ਵੀ ਇਹ ਜਿਹੜੇ ਕਾਲੇ ਕਾਨੂੰਨ ਨੇ ਛੇਤੀ ਰੱਦ ਹੋਣ, ਹੈ ਨਾ ਜੀ, ਤੇ ਸਾਰੇ ਲੋਕ ਆਪਦੇ ਘਰੋਂ ਘਰੀ ਹੋਣ। ਇਹ ਬਹੁਤ ਖੁਸ਼ੀ ਵਾਲੀ ਗੱਲ ਆ ਜੀ। ਅਸੀਂ ਲਾਭ ਸਿੰਘ ਦੇ ਨਾਮ ਚੌਂਕ ਤੋਂ ਅਸੀਂ ਇੰਨੀ ਦੂਰੋਂ ਚੱਲ ਕੇ ਆਏ ਹਾਂ ਤੇ ਇਹ ਮਾਣ ਵਾਲੀ ਗੱਲ ਆ। ਜਿਹੜੇ ਜੰਗ ਕਰਦੇ ਆ, ਜਿਹੜੇ ਬੰਦੇ ਮਤਲਬ ਸਰਕਾਰਾਂ ਨਾਲ ਜੰਗ ਕਰਦੇ ਆ, ਉਹ ਸਦਾ ਲਈ ਅਮਰ ਹੁੰਦੇ ਆ ਤੇ ਇਹ ਬਾਬਾ ਜੀ ਦੇ ਨਾਮ ਤੇ ਚੌਂਕ ਬਣ ਗਿਆ। ਇਹ ਸਾਡੀਆਂ ਜਦੋਂ ਤੱਕ ਧਰਤੀ ਰਹੂਗੀ, ਇਹ ਜਿਹੜਾ ਚੌਂਕ ਆ ਬਾਬਾ ਜੀ ਦੇ ਨਾਮ ਤੇ ਹੀ ਚੱਲੂਗਾ ਤੇ ਇੱਥੇ ਇੱਕ ਅਸੀਂ ਜੰਗ ਹੁਣ ਜਿੱਤਾਂਗੇ। ਆਉਣ ਵਾਲੀਆਂ ਜਿੰਨੀਆਂ ਜੰਗਾਂ ਹੋਣਗੀਆਂ ਉਹ ਵੀ ਅਸੀਂ ਇੱਥੋਂ ਆ ਕੇ ਜਿੱਤ ਸਕਦੇ ਹਾਂ। ਇਹ ਸਾਡੇ ਬਾਬਾ ਜੀ ਨੇ ਸਾਨੂੰ, ਸਾਡੀ ਆਉਣ ਵਾਲੀ ਪੀੜ੍ਹੀ ਨੂੰ ਇਹ ਦੱਸਤਾ ਕਿ ਆਪਾਂ ਸੱਚਾਈ ਦੀ ਸੱਚਾਈ ਤੇ ਚੱਲ ਕੇ ਕੋਈ ਵੀ ਜੰਗ ਜਿੱਤ ਸਕਦੇ ਆ। ਤੇ ਬਾਬਾ ਜੀ ਕਿੰਨੇ ਦਿਨਾਂ ਤੋਂ ਇੱਥੇ ਬੈਠੇ ਆ, ਜਮਾ ਪੀਸਫੁਲੀ ਬੈਠੇ ਆ, ਕਿਸੇ ਨਾਲ ਕੋਈ ਇਹਨਾਂ ਨੇ ਕੋਈ ਵੱਧ ਘੱਟ ਨਹੀਂ ਹੋਇਆ। ਆਦਾ ਇੰਨੀ ਧੁੱਪ ਆ, ਅਸੀਂ ਤਾਂ ਅੱਜ ਆਏ ਆ 5-10 ਮਿੰਟ ਲਈ ਆਏ ਆ, ਬਾਬਾ ਜੀ ਤਾਂ ਰੋਜ਼ ਬਹਿੰਦੇ ਆ ਇੰਨੀ ਧੁੱਪ ਦੇ ਵਿੱਚ ਤੇ ਤਾਂ ਬਾਬਾ ਜੀ ਦਾ ਹੁਣ ਕੀ ਇਹ ਜੰਗ ਜਿਹੜੀ ਹੁੰਦੀ ਆ ਐਂ ਜਿੱਤੀ ਜਾਂਦੀ ਆ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ। ਚੰਡੀਗੜ੍ਹ ਇੱਕ ਅਜਿਹਾ ਸ਼ਹਿਰ ਜਿਸ ਦੀ ਗਿਣਤੀ ਮੁਲਕ ਦੇ ਸਭ ਤੋਂ ਆਧੁਨਿਕ ਸ਼ਹਿਰਾਂ ਵਿੱਚ ਹੁੰਦੀ ਹੈ। ਚੰਡੀਗੜ੍ਹ ਇੱਕ ਅਜਿਹਾ ਨਗਰ ਜਿਸ ਨੂੰ ਮੁਲਕ ਦਾ ਪਹਿਲਾ ਯੋਜਨਾਬੱਧ ਨਗਰ ਕਿਹਾ ਜਾਂਦਾ ਹੈ। ਚੰਡੀਗੜ੍ਹ ਇੱਕ ਅਜਿਹਾ ਸ਼ਹਿਰ ਜੋ ਆਪਣੀ ਖੂਬਸੂਰਤੀ ਦੇ ਲਈ ਪੂਰੇ ਮੁਲਕ ਦੇ ਵਿੱਚ ਮਸ਼ਹੂਰ ਹੈ ਤੇ ਇਸ ਲਈ ਇਸ ਨੂੰ ਸਿਟੀ ਬਿਊਟੀਫੁਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਤੇ ਚੰਡੀਗੜ੍ਹ ਦੀ ਇਸੇ ਖੂਬਸੂਰਤੀ ਨੂੰ ਨਿਹਾਰਨ ਦੇ ਲਈ ਇੱਥੇ ਪੂਰੇ ਮੁਲਕ ਤੋਂ ਸੈਲਾਨੀ ਆਉਂਦੇ ਜਾਂਦੇ ਰਹਿੰਦੇ ਨੇ। ਚੰਡੀਗੜ੍ਹ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਅਤੇ ਇਹ ਪੰਜਾਬ ਅਤੇ ਹਰਿਆਣਾ ਦੋ ਸੂਬਿਆਂ ਦੀ ਰਾਜਧਾਨੀ ਵੀ ਹੈ। ਇਉਂ ਰੱਖੀ ਗਈ ਚੰਡੀਗੜ੍ਹ ਦੀ ਨੀਂਹ। ਅਣਵੰਡੇ ਭਾਰਤ ਦੇ ਵਿੱਚ ਪੰਜਾਬ ਦੀ ਰਾਜਧਾਨੀ ਪਹਿਲਾਂ ਲਾਹੌਰ ਸੀ, ਲੇਕਿਨ ਭਾਰਤ ਦੀ ਵੰਡ ਤੋਂ ਬਾਅਦ ਪੰਜਾਬ ਦੀ ਪੁਰਾਣੀ ਰਾਜਧਾਨੀ ਲਾਹੌਰ ਪਾਕਿਸਤਾਨ ਦੇ ਵਿੱਚ ਚਲੀ ਗਈ। ਹੁਣ ਭਾਰਤੀ ਪੰਜਾਬ ਨੂੰ ਇੱਕ ਨਵੀਂ ਰਾਜਧਾਨੀ ਦੀ ਲੋੜ ਪਈ। ਪਹਿਲਾਂ ਵਾਲੇ ਸ਼ਹਿਰਾਂ ਨੂੰ ਰਾਜਧਾਨੀ ਵਿੱਚ ਬਦਲਣ ਦੇ ਵਿੱਚ ਬਹੁਤ ਸਾਰੀਆਂ ਕਠਿਨਾਈਆਂ ਦੇ ਫਲਸਰੂਪ ਇੱਕ ਨਵੇਂ ਯੋਜਨਾਬੱਧ ਸ਼ਹਿਰ ਦੀ ਸਥਾਪਨਾ ਦਾ ਟੀਚਾ ਮਿਥਿਆ ਗਿਆ ਅਤੇ 1952 ਦੇ ਵਿੱਚ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵੱਲੋਂ ਵਿਅਕਤੀਗਤ ਤੌਰ ਤੇ ਇਸ ਵਿੱਚ ਰੁਚੀ ਲਈ ਗਈ ਅਤੇ ਇਸ ਦੀ ਨੀਂਹ ਰੱਖੀ ਗਈ। ਆਧੁਨਿਕ ਸ਼ਹਿਰ ਚਾਹੁੰਦੇ ਸੀ ਨਹਿਰੂ।
ਸਾਲ 1952 ਜਦੋਂ ਜਵਾਹਰ ਲਾਲ ਨਹਿਰੂ ਚੰਡੀਗੜ੍ਹ ਨੂੰ ਵਸਾਉਣ ਦਾ ਨਿਰੀਖਣ ਕਰਨ ਆਏ ਤਾਂ ਉਹਨਾਂ ਕਿਹਾ ਸੀ ਕਿ ਇਹ ਇੱਕ ਨਵਾਂ ਸ਼ਹਿਰ ਹੋਣਾ ਚਾਹੀਦਾ ਹੈ ਜੋ ਭਾਰਤ ਦੀ ਆਜ਼ਾਦੀ ਦਾ ਪ੍ਰਤੀਕ ਹੋਵੇ, ਬੀਤੇ ਯੁੱਗ ਦੀਆਂ ਪਰੰਪਰਾਵਾਂ ਤੋਂ ਮੁਕਤ ਹੋਵੇ ਅਤੇ ਭਵਿੱਖ ਦੇ ਬਾਰੇ ਰਾਸ਼ਟਰ ਦੀ ਆਸਥਾ ਨੂੰ ਦਰਸਾਉਂਦਾ ਹੋਵੇ। ਕਾਰਬਿਊਜ਼ਰ ਸੀ ਸ਼ਹਿਰ ਦੇ ਦੂਜੇ ਵਾਸਤੂਕਾਰ। ਆਪਣੇ ਆਰਕੀਟੈਕਟ ਡਿਜ਼ਾਈਨ ਦੇ ਲਈ ਦੁਨੀਆ ਦੇ ਵਿੱਚ ਮਸ਼ਹੂਰ ਲੀ ਕਾਰਬਿਊਜ਼ਰ ਨੇ ਇਸ ਦਾ ਡਿਜ਼ਾਈਨ ਤਿਆਰ ਕੀਤਾ ਸੀ। ਵੈਸੇ ਲੀ ਕਾਰਬਿਊਜ਼ਰ ਵੀ ਅਸਲ ਵਿੱਚ ਇਸ ਸ਼ਹਿਰ ਦੇ ਦੂਜੇ ਵਾਸਤੂਕਾਰ ਸੀ। ਇਸ ਸ਼ਹਿਰ ਦੇ ਡਿਜ਼ਾਈਨ ਦਾ ਮੂਲ ਮਾਸਟਰ ਪਲਾਨ ਅਮਰੀਕੀ ਵਾਸਤੂਕਾਰ ਨਿਯੋਜਕ ਅਲਬਰਟ ਮੇਅਰ ਨੇ ਉਦੋਂ ਬਣਾਇਆ ਸੀ ਜਦੋਂ ਉਹ ਪੋਲੈਂਡ ਦੇ ਵਿੱਚ ਜਨਮੇ ਵਾਸਤੂਕਾਰ ਮੈਥੂ ਨੋਵੀਕੀ ਦੇ ਨਾਲ ਕੰਮ ਕਰ ਰਹੇ ਸੀ। 1950 ਦੇ ਵਿੱਚ ਨੋਵੀਕੀ ਦੀ ਮੌਤ ਹੋ ਜਾਣ ਦੇ ਚਲਦੇ ਲੀ ਕਾਰਬਿਊਜ਼ਰ ਨੂੰ ਇਸ ਦੇ ਵਿੱਚ ਥਾਂ ਮਿਲੀ। ਓਪਨ ਹੈਂਡ ਮੋਨੂਮੈਂਟ ਇਸ ਦਾ ਚਿੰਨ੍ਹ ਹੈ। ਐਵੇਂ ਪਿਆ ਚੰਡੀਗੜ੍ਹ ਨਾਮ। ਇਸ ਸ਼ਹਿਰ ਦਾ ਨਾਮਕਰਨ ਦੁਰਗਾ ਦੇ ਇੱਕ ਰੂਪ ਚੰਡੀਕਾ ਦੇ ਕਾਰਨ ਹੋਇਆ ਹੈ ਤੇ ਚੰਡੀ ਦਾ ਮੰਦਿਰ ਅੱਜ ਵੀ ਇਸ ਸ਼ਹਿਰ ਦੀ ਧਾਰਮਿਕ ਪਹਿਚਾਨ ਹੈ ਜੋ ਕਿ ਇੱਥੋਂ 15 ਕਿਲੋਮੀਟਰ ਦੂਰ ਕਾਲਕਾ ਦੇ ਵਿੱਚ ਸਥਿਤ ਹੈ। ਚੰਡੀ ਅਤੇ ਗੜ੍ਹ ਯਾਨੀ ਕਿਲੇ ਨੂੰ ਮਿਲਾ ਕੇ ਇਸ ਦਾ ਨਾਮ ਚੰਡੀਗੜ੍ਹ ਪਿਆ। ਸਟੂਡੈਂਟ ਹੱਬ ਹੈ ਚੰਡੀਗੜ੍ਹ। ਚੰਡੀਗੜ੍ਹ ਸਟੂਡੈਂਟਾਂ ਦਾ ਹੱਬ ਹੈ। ਇੱਥੇ ਐਜੂਕੇਸ਼ਨ ਇੰਸਟੀਚਿਊਟ ਦੀ ਗੱਲ ਕਰੀਏ ਤਾਂ ਇੱਥੇ ਸਟੂਡੈਂਟ ਸਭ ਤੋਂ ਜ਼ਿਆਦਾ ਪੜ੍ਹਦੇ ਨੇ। ਚਾਹੇ ਪੰਜਾਬ ਯੂਨੀਵਰਸਿਟੀ ਦੀ ਗੱਲ ਕਰੀਏ, PGI ਦੀ ਗੱਲ ਕਰੀਏ, DAV ਕਾਲਜ, SD ਕਾਲਜ ਅਤੇ ਹੋਰ ਕਾਲਜਾਂ ਦੀ ਗੱਲ ਕਰੀਏ ਤਾਂ ਇੱਥੇ ਪੜ੍ਹਨ ਦੇ ਲਈ ਪੂਰੇ ਉੱਤਰ ਭਾਰਤ, ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਤੋਂ ਲੋਕ ਆਉਂਦੇ ਨੇ। ਚੰਡੀਗੜ੍ਹ ਵਿੱਚ ਦੇਖਣ ਲਾਇਕ ਕਈ ਥਾਵਾਂ। ਚੰਡੀਗੜ੍ਹ ਵਿੱਚ ਦੇਖਣ ਲਾਇਕ ਥਾਵਾਂ ਦੀ ਘਾਟ ਨਹੀਂ ਹੈ। ਇੱਥੇ ਕਈ ਅਜਿਹੀਆਂ ਥਾਵਾਂ ਨੇ ਜਿਨ੍ਹਾਂ ਨੂੰ ਵੇਖ ਕੇ ਕੋਈ ਵੀ ਮੰਤਰ ਮੁਗਧ ਹੋ ਜਾਏਗਾ। ਅਜਿਹੀ ਹੀ ਇੱਕ ਥਾਂ ਹੈ ਸੁਖਨਾ ਲੇਕ ਜੋ ਕਿ ਆਪਣੀ ਖੂਬਸੂਰਤੀ ਦੇ ਲਈ ਜਾਣੀ ਜਾਂਦੀ ਹੈ ਤੇ ਟੂਰਿਸਟਾਂ ਦਾ ਮੁੱਖ ਕੇਂਦਰ ਇਹੀ ਰਹਿੰਦੀ ਹੈ। ਸੁਖਨਾ ਲੇਕ ਉੱਤੇ ਤੁਸੀਂ ਬੋਟਿੰਗ ਕਰ ਸਕਦੇ ਹੋ ਤੇ ਇਸ ਦੇ ਨਾਲ-ਨਾਲ ਰੌਕ ਗਾਰਡਨ ਦੇ ਵਿੱਚ ਜਿਸ ਦਾ ਨਕਸ਼ਾ ਸਵਰਗੀ ਪਦਮ ਸ਼੍ਰੀ ਨੇਕ ਚੰਦ ਵੱਲੋਂ ਬਣਾਇਆ ਗਿਆ ਸੀ, ਉੱਥੇ ਵੀ ਤੁਸੀਂ ਅਲੱਗ-ਅਲੱਗ ਤਰ੍ਹਾਂ ਦੀਆਂ ਆਕਿਰਤੀਆਂ ਦੇਖ ਕੇ ਮਨ ਬਹਿਲਾ ਸਕਦੇ ਹੋ। ਇਸ ਨੂੰ ਟੁੱਟੀਆਂ ਹੋਈਆਂ ਚੀਜ਼ਾਂ ਅਤੇ ਵੇਸਟ ਮਟੀਰੀਅਲ ਦੇ ਨਾਲ ਬਣਾਇਆ ਗਿਆ ਹੈ। ਇਹ ਸਾਨੂੰ ਦੱਸਦਾ ਹੈ ਕਿ ਕਿਵੇਂ ਵੇਸਟ ਮਟੀਰੀਅਲ ਦੇ ਨਾਲ ਕ੍ਰੀਏਟਿਵ ਚੀਜ਼ਾਂ ਬਣਾਈਆਂ ਜਾ ਸਕਦੀਆਂ ਨੇ। ਇਸੇ ਤਰ੍ਹਾਂ ਚੰਡੀਗੜ੍ਹ ਦਾ ਰੋਜ਼ ਗਾਰਡਨ ਵੀ ਬੇਹੱਦ ਮਸ਼ਹੂਰ ਤੇ ਮਕਬੂਲ ਹੈ। ਇੱਥੇ ਤੁਹਾਨੂੰ ਫੁੱਲਾਂ ਦੀਆਂ ਤਕਰੀਬਨ 829 ਕਿਸਮਾਂ ਵੇਖਣ ਨੂੰ ਮਿਲਣਗੀਆਂ। ਰੋਜ਼ ਗਾਰਡਨ ਚੰਡੀਗੜ੍ਹ ਦਾ ਪਹਿਲਾ ਗਾਰਡਨ ਹੈ ਜਿਸ ਦੀ ਖੂਬਸੂਰਤੀ ਅਤੇ ਵਾਤਾਵਰਣ ਤੁਹਾਨੂੰ ਆਪਣੇ ਵੱਲ ਖਿੱਚੇਗਾ। ਇਸ ਤੋਂ ਇਲਾਵਾ ਸੈਕਟਰ 17 ਦੀ ਮਾਰਕੀਟ ਵੀ ਆਪਣੇ ਆਪ ਦੇ ਵਿੱਚ ਕਾਫੀ ਜ਼ਿਆਦਾ ਮਸ਼ਹੂਰ ਹੈ ਤੇ ਚੰਡੀਗੜ੍ਹ ਦਾ ਦਿਲ ਇਸ ਨੂੰ ਕਿਹਾ ਜਾਂਦਾ ਹੈ। ਇਹ ਚੰਡੀਗੜ੍ਹ ਦੀ ਸਭ ਤੋਂ ਪਹਿਲੀ ਮਾਰਕੀਟ ਹੈ ਜਿੱਥੇ ਘੁੰਮਣ ਕਾਫੀ ਵੱਡੀ ਸੰਖਿਆ ਦੇ ਵਿੱਚ ਸੈਲਾਨੀ ਪਹੁੰਚਦੇ ਨੇ। ਅਜਿਹੀਆਂ ਹੀ ਹੋਰ ਨਾ ਜਾਣੇ ਕਿੰਨੀਆਂ ਖੂਬਸੂਰਤ ਥਾਵਾਂ ਨੇ ਚੰਡੀਗੜ੍ਹ ਦੇ ਵਿੱਚ ਜਿੱਥੇ ਲੋਕ ਅਕਸਰ ਘੁੰਮਦੇ ਵਿਖਾਈ ਦਿੰਦੇ ਨੇ। ਇਹਨਾਂ ਵਿੱਚ ਜੈਪਨੀਜ਼ ਗਾਰਡਨ, ਆਰਟ ਗੈਲਰੀ, ਬੋਟੈਨੀਕਲ ਗਾਰਡਨ, ਬੋਗਨਵਿਲੀਆ ਗਾਰਡਨ, ਟੋਪੀਅਰੀ ਗਾਰਡਨ, ਫ੍ਰੈਗਰੈਂਸ ਗਾਰਡਨ, ਲੇਜ਼ਰ ਵੈਲੀ, ਮਿਊਜ਼ੀਕਲ ਫਾਊਂਟੇਨ ਪਾਰਕ, ਕੈਕਟਸ ਗਾਰਡਨ, ਰਾਜਿੰਦਰ ਗਾਰਡਨ। ਚੰਡੀਗੜ੍ਹ ਵਿੱਚ ਪਾਰਕਾਂ ਦੀ ਭਰਮਾਰ। ਸ਼ਹਿਰ ਵਿੱਚ ਵੱਡੀ ਸੰਖਿਆ ਦੇ ਵਿੱਚ ਪਾਰਕ ਨੇ। ਸਾਰੇ ਪਾਰਕ ਇੱਕ ਤੋਂ ਵੱਧ ਕੇ ਖੂਬਸੂਰਤ ਨੇ, ਯੋਜਨਾਬੱਧ ਤਰੀਕੇ ਨਾਲ ਬਣਾਏ ਗਏ ਨੇ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਪਾਰਕਾਂ ਦੇ ਵਿੱਚ ਲੋਕਾਂ ਦੀ ਭੀੜ ਜੁਟੀ ਰਹਿੰਦੀ ਹੈ। ਇਸ ਤੋਂ ਬਿਨਾਂ ਚੰਡੀਗੜ੍ਹ ਦੇ ਵਿੱਚ ਲਲਿਤ ਕਲਾ ਅਕਾਦਮੀ, ਸਾਹਿਤ ਅਕਾਦਮੀ, ਪ੍ਰਾਚੀਨ ਕਲਾ ਕੇਂਦਰ ਅਤੇ ਕਲਚਰਲ ਕੰਪਲੈਕਸ ਨੂੰ ਵੀ ਵੇਖਿਆ ਜਾ ਸਕਦਾ ਹੈ। ਪਹਿਲਾ ਭਾਰਤੀ ਗੈਰ ਧੂਮਰਪਾਨ ਖੇਤਰ। 15 ਜੁਲਾਈ 2007 ਨੂੰ ਚੰਡੀਗੜ੍ਹ ਪਹਿਲਾ ਭਾਰਤੀ ਗੈਰ ਧੂਮਰਪਾਨ ਖੇਤਰ ਐਲਾਨਿਆ ਗਿਆ। ਇੱਥੇ ਜਨਤਕ ਥਾਵਾਂ ਤੇ ਸਿਗਰਟ ਪੀਣਾ ਗੈਰ ਕਾਨੂੰਨੀ ਹੈ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਨਿਯਮਾਂ ਦੇ ਹੇਠਾਂ ਇਸ ਨੂੰ ਦੰਡਯੋਗ ਅਪਰਾਧ ਐਲਾਨਿਆ ਗਿਆ। ਇਸ ਤੋਂ ਬਾਅਦ 2 ਅਕਤੂਬਰ 2008 ਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਹਾੜੇ ਮੌਕੇ ਸ਼ਹਿਰ ਦੇ ਵਿੱਚ ਪੋਲੀਥੀਨ ਦੀਆਂ ਥੈਲੀਆਂ ਦੇ ਉਪਯੋਗ ਉੱਤੇ ਵੀ ਪੂਰਨ ਤੌਰ ਤੇ ਪਾਬੰਦੀ ਲਾਗੂ ਹੋ ਗਈ। ਚੰਡੀਗੜ੍ਹ ਤੋਂ ਜਗਬਾਣੀ ਟੀਵੀ ਲਈ ਭਗਵਤ ਸਿੰਘ ਦੀ ਰਿਪੋਰਟ। ਪਾਰਟੀ ਦੇ ਪ੍ਰਵਕਤਾ ਤੇ ਜਿਹੜੇ ਇਸ ਦਫ਼ਤਰ ਦਾ ਪੂਰਾ ਕੰਮਕਾਰ ਦੇਖਦੇ ਨੇ, ਇਹਨਾਂ ਨੇ ਪੂਰੀ ਲਾਈਨ ਨੂੰ ਜਿਹੜਾ ਇਹ ਫਰੰਟ ਲਾਈਨ ਹੈ ਇਸ ਆਫਿਸ ਦੀ ਉਸ ਨੂੰ ਰੈਨੋਵੇਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਗੁਰਵਿੰਦਰ ਸਿੰਘ ਵਾਰਲੀ
ਪਾਰਟੀ ਦੇ ਮੇਨ ਪ੍ਰਵਕਤਾ ਨੇ ਤੇ ਇਸ ਪੂਰੇ ਦਫ਼ਤਰ ਦੀ ਦੇਖ ਰੇਖ ਕਰਦੇ ਨੇ। ਬਾਲੀ ਜੀ ਸਵਾਗਤ ਹੈ। ਥੈਂਕ ਯੂ ਵੈਰੀ ਮਚ ਸਰ, ਥੈਂਕ ਯੂ। ਬਾਲੀ ਜੀ, ਇਹ ਪੂਰੀ ਨਵੀਂ ਦਿੱਖ ਇਸ ਨੂੰ ਦਿੱਤੀ ਗਈ ਹੈ, ਮਤਲਬ ਸਿੱਧੂ ਜੀ ਨਾਲ ਤੁਹਾਡੀ ਗੱਲਬਾਤ ਹੋਈ ਹੋਣੀ ਹੈ, ਕੀ ਕੁਝ ਪੁਆਇੰਟਸ ਜਿਹੜੇ ਹੈ ਉਹਨਾਂ ਨੇ ਦਿੱਤੇ ਜਿਸ ਹਿਸਾਬ ਨਾਲ ਤੁਸੀਂ ਆਫਿਸ ਡਿਜ਼ਾਈਨ ਕਰਵਾ? ਕੋਈ ਇਹੋ ਜਿਹੀ ਗੱਲ ਨਹੀਂ, ਇਹ ਪਹਿਲੇ ਇਸ ਤੋਂ ਸਿੱਧੂ ਸਾਹਿਬ ਦੇ ਆਉਣ ਤੋਂ ਪਹਿਲੇ ਇਹਨੂੰ ਰੈਨੋਵੇਸ਼ਨ ਜਿਹੜੇ ਪਹਿਲੇ ਲੋਕ ਸਨ ਉਹਨਾਂ ਨੇ ਇਹਨਾਂ ਨੂੰ ਕੀਤਾ ਹੈਗਾ। ਅਸੀਂ ਇਹਦੀ ਆ ਕੇ ਦੇਖ ਰੇਖ ਕੀਤੀ ਹੈ, ਡਿਜ਼ਾਈਨਿੰਗ ਵੀ ਉਹਨਾਂ ਦੀ ਸੀ, ਸਭ ਕੁਝ ਉਹਨਾਂ ਦੀ ਸੀ। ਜਿਹੜਾ ਮਾੜਾ ਮੋਟਾ ਰਹਿ ਗਿਆ ਸੀ ਉਹਨੂੰ ਹੁਣ ਅੱਜ ਦੀ ਡੇਟ 'ਚ ਅਸੀਂ ਦੇਖ ਰਹੇ ਹਾਂ ਔਰ ਪ੍ਰਧਾਨ ਜੀ ਇੱਥੇ ਉਹ ਤਿਆਰ ਕਰ ਰਹੇ ਹਾਂ। ਅਤੇ ਪ੍ਰਧਾਨ ਜੀ ਦਾ ਜੋ ਮੈਸੇਜ ਹੈ, ਜੋ ਸਾਡੇ ਸਿੱਧੂ ਸਾਹਿਬ ਨੇ ਗੱਲ ਕਹੀ ਹੈ ਪ੍ਰੈਜ਼ੀਡੈਂਟ ਸਾਹਿਬ ਨੇ, ਉਹ 15 ਤਰੀਕ ਤੋਂ ਬਾਅਦ 15 ਅਗਸਤ ਤੋਂ ਬਾਅਦ ਪਰਮਾਨੈਂਟ ਇੱਥੇ ਆ ਕੇ ਬੈਠਣਗੇ। ਔਰ ਸਾਡੇ ਕੋਲ ਪਿੱਛੇ ਰੂਮ ਹੈਗੇ ਨੇ, ਪਿੱਛੇ ਰੂਮ ਸੈੱਟ ਹੈਗੇ ਨੇ ਸਾਡੇ ਕੋਲ, ਜਿਸ 'ਚ ਡਾਈਨਿੰਗ ਹਾਲ ਹੈ, ਜਿਸ 'ਚ ਡਰਾਇੰਗ ਰੂਮ ਹੈ, ਜਿਸ 'ਚ 2 ਬੈੱਡਰੂਮ ਨੇ ਅਤੇ ਅਟੈਚ ਲੈਟਰਿਨ ਬਾਥਰੂਮ ਹੈਗੇ, ਵਾਸ਼ਰੂਮ ਹੈਗੇ ਨੇ। ਉਹ ਅਸੀਂ ਹੁਣ ਉਹ ਤਿਆਰ ਕਰਾਵਾਂਗੇ। ਮੈਨੂੰ ਇਹ ਲੱਗਦਾ ਕਿ ਦੁੱਲੋ ਸਾਹਿਬ ਤੋਂ ਬਾਅਦ, ਸ਼ਮਸ਼ੇਰ ਸਿੰਘ ਦੁੱਲੋ ਤੋਂ ਬਾਅਦ ਜੋ ਮੈਂ ਦੇਖਿਆ ਅੱਜ ਤੱਕ, ਉਹ ਹੁਣ ਇਹੋ ਜਿਹੇ ਪ੍ਰਧਾਨ ਆਏ ਨੇ ਕਿ ਜਿਹੜੇ ਆ ਕੇ ਲੋਕਾਂ ਨੂੰ ਕਹਿੰਦੇ ਨੇ ਨਹੀਂ, ਮੇਰੀ ਜਿਹੜੀ ਗੱਲ ਹੋਈ ਉਹਨਾਂ ਨੇ ਕਿਹਾ ਨਹੀਂ ਯਾਰ ਮੈਂ ਤਾਂ ਪਰਮਾਨੈਂਟ ਇੱਥੇ ਹੀ ਬੈਠਾਂਗਾ। ਅਤੇ ਮੈਂ ਆਰਗੂ ਅੱਗੋਂ ਨਹੀਂ ਕਰ ਸਕਿਆ ਕਿਉਂਕਿ ਮੇਰੇ ਪ੍ਰੈਜ਼ੀਡੈਂਟ ਨੇ ਮੇਰੀ ਸੱਭਿਅਤਾ ਇਹੋ ਜੀ, ਅਤੇ ਉਹਨਾਂ ਨੇ ਕਿਹਾ ਨਹੀਂ 15 ਤਰੀਕ ਨੂੰ ਉਹ ਸਾਰਾ ਦੇਖੋ ਜਿੱਦਾਂ ਵੀ ਹੈਗਾ, ਉਹਨਾਂ ਦੀ ਸਿਕਿਉਰਿਟੀ ਵੀ ਇੱਥੇ ਰਹੇਗੀ ਅਤੇ ਉਹ ਵੀ ਮੇਰੇ ਖਿਆਲ ਇੱਥੇ ਹੀ ਰਹਿਣਗੇ ਆ ਕੇ। ਪਰ ਢਿੱਲੋਂ ਸਾਹਿਬ ਤੋਂ ਬਾਅਦ ਤੁਸੀਂ ਸਿੱਧੂ ਸਾਹਿਬ ਦਾ ਨਾਂ ਲੈ ਰਹੇ ਹੋ, ਮਤਲਬ ਵਿੱਚ ਵਾਲਾ ਜਿਹੜਾ ਗੈਪ ਸੀ ਉੱਥੇ ਕਮੀ ਹੈ? ਨਹੀਂ, ਕਮੀ ਮੈਂ ਨਹੀਂ ਕਹਿ ਸਕਦਾ। ਜਿਹੜੀ ਰਹਿਣ ਦੀ ਗੱਲ ਹੋਈ ਹੈ ਮੈਂ ਇਹ ਕਹਿ ਸਕਦਾ, ਮੈਂ ਇਹ ਨਹੀਂ ਕਹਿ ਸਕਦਾ ਕੋਈ ਕਿਸੇ ਪ੍ਰਧਾਨ 'ਚ ਵੀ ਕੋਈ ਕਮੀ ਰਹੀ ਹੈ ਕਿਉਂਕਿ ਮੈਂ ਸਾਰੇ ਪ੍ਰਧਾਨਾਂ ਨਾਲ ਕੰਮ ਕੀਤਾ। ਗੱਲ ਇਹ ਹੈ ਕਿ ਜਿਹੜੀ ਇਹਨਾਂ ਦੀ ਸੋਚ ਸੀ ਕਿ ਮੈਂ ਇੱਥੇ ਆ ਕੇ ਬੈਠਾਂਗਾ, ਟਰੂ, ਬੜੀ ਵੱਡੀ ਗੱਲ। ਲੋਕ ਇਹ ਕਹਿੰਦੇ ਨਵਜੋਤ ਸਿੰਘ ਸਿੱਧੂ ਬੜਾ ਵੱਡਾ ਸੈਲੀਬ੍ਰਿਟੀ ਹੈ, ਕਹਿੰਦੇ ਨੇ ਲੋਕ, ਅਸੀਂ ਵੀ ਕਹਿੰਦੇ ਹਾਂ, ਤੁਸੀਂ ਵੀ ਕਹਿੰਦੇ ਹੋ, ਅਸੀਂ ਦੇਖਦੇ ਵੀ ਹਾਂ। ਹਿੰਦੁਸਤਾਨ ਨੂੰ ਲੀਡ ਕੀਤਾ ਉਹਨਾਂ ਨੇ। ਅਸੀਂ ਇਹ ਕਹਿ ਸਕਦੇ ਇਹ ਇੱਕ ਪਰਫੈਕਟ ਪ੍ਰਧਾਨ ਨੇ। ਅਸੀਂ ਇਹ ਕਹਿਣਾ ਆਹੀ ਪਰਫੈਕਟ ਜਿਹੜੀ ਹੈ ਅਸੀਂ ਚਾਹੁੰਦੇ ਸੀ ਅਤੇ ਅਸੀਂ ਇਸ ਗੱਲ 'ਤੇ ਹੱਥ ਜੋੜ ਕੇ ਮਹਾਰਾਜ ਅੱਗੇ ਬੇਨਤੀ ਵੀ ਕੀਤੀ ਅਤੇ ਉੱਪਰ ਜਿਹੜਾ ਹੈਗਾ ਇਹ ਹਾਈ ਕਮਾਂਡ ਨੂੰ ਵੀ ਬੇਨਤੀ ਕੀਤੀ ਕਿ ਇਹੋ ਜਿਹਾ ਪ੍ਰਧਾਨ ਸਾਨੂੰ ਦਿਓ ਜਿਹਦੀ ਲੋਕ ਇੱਜ਼ਤ ਕਰਨ, ਜਿਹਨੂੰ ਲੋਕ ਚਾਹਣ। ਅਤੇ ਸਾਰਾ ਅਸੀਂ ਚਾਹੁੰਦੇ ਹਾਂ। ਅਸੀਂ ਅੱਜ ਕੋਈ ਇਹ ਨਹੀਂ ਕਿ ਉਹਨਾਂ ਦੀ ਵਡਿਆਈ ਕਰ ਰਹੇ ਹਾਂ, ਜੋ ਗੱਲ ਹੈਗੀ ਉਹ ਕਹੀਏ ਜੀ ਅਸੀਂ। ਅੱਛਾ ਬਾਲੀ ਜੀ, ਇੱਕ ਗੱਲ ਇਹ, ਆਓ ਅਸੀਂ ਵੀ ਇੱਥੇ ਥੋੜ੍ਹਾ ਜਿਹੜੀ ਸੀਟਸ ਹੈ ਇੱਥੇ ਰੁਕ ਕਰਦੇ ਹਾਂ। ਬਾਲੀ ਸਾਹਿਬ, ਕੀ ਲੱਗਦਾ ਹੈ ਤੁਹਾਨੂੰ ਕਿ ਜਿਹੜੀ ਇਹ ਮਤਲਬ 2022 ਦੀ ਚੁਣੌਤੀ ਬਹੁਤ ਵੱਡੀ ਹੈ, ਜਿਹੜੀ ਇੰਨੀ ਜ਼ਬਰਦਸਤ ਤਰੀਕੇ ਨਾਲ ਤਿਆਰੀਆਂ ਕਰਨੀਆਂ ਪੈ ਰਹੀਆਂ ਨੇ? ਕੱਲ੍ਹ ਮੰਚ ਤੋਂ ਵੀ ਸਿੱਧੂ ਜੀ ਨੇ ਦਹਾੜ ਮਾਰਤੀ ਕਿ ਅਸਲ ਮੁੱਦੇ ਤਾਂ ਜੀ ਇਹ ਹੈ। ਬਿਲਕੁਲ ਉਹਨਾਂ ਨੇ ਠੀਕ ਕਿਹਾ। ਅਸੀਂ ਵੀ ਇਹ ਮੁੱਦੇ ਬੜੇ ਉਠਾਏ, ਅਸੀਂ ਵੀ ਇਹ ਗੱਲਾਂ ਬਹੁਤ ਕੀਤੀਆਂ, ਜਿੱਥੇ ਜਾ ਕੇ ਸਾਨੂੰ ਪਰੇਸ਼ਾਨੀ ਵੀ ਬਹੁਤ ਆਈ। ਅੱਜ ਵੀ ਅਸੀਂ ਕਹਿੰਦੇ ਹਾਂ ਕਿ ਜਦੋਂ ਟੀ ਵੀ 'ਤੇ ਬੋਲਾਂਗੇ ਕੀ ਬੋਲਾਂਗੇ ਅਤੇ ਕੀ ਕਹਾਂਗੇ। ਅਤੇ ਮੈਨੂੰ ਇਹ ਲੱਗਦਾ ਹਾਈ ਕਮਾਂਡ ਨੇ ਬੜਾ ਸਿਆਣਾ ਔਰ ਬੜਾ ਟਾਈਮ ਜ਼ਰੂਰ ਲੱਗਿਆ ਇਸ ਚੀਜ਼ ਨੂੰ। ਅਤੇ ਸਾਨੂੰ ਇਹ ਲੱਗਦਾ ਕਿ 2022 ਦੇ ਵਿੱਚ ਜਿਹੜੀ ਸਾਡੀ ਸਰਕਾਰ ਆਏਗੀ, ਲੋਕਾਂ ਨੂੰ ਉਹਦੇ 'ਤੇ ਜ਼ਰੂਰ ਜਿਹੜੇ ਜ਼ਖਮ ਹੋਏ ਨਾ ਉਹ ਸਾਰੇ ਜਿਹੜੇ ਨੇ ਭਰ ਦਿੱਤੇ ਜਾਣਗੇ। ਅਸੀਂ ਅੱਜ ਇਸ ਗੱਲ ਨੂੰ ਬੜੇ ਦਾਅਵੇ ਨਾਲ ਕਹਿ ਸਕਦੇ ਹਾਂ, ਬੜੀ ਸੱਚਾਈ ਨਾਲ ਕਹਿ ਸਕਦੇ ਹਾਂ। ਅੱਜ ਤੋਂ 3 ਸਾਲ ਪਹਿਲੇ ਅਗਰ ਨਵਜੋਤ ਸਿੰਘ ਸਿੱਧੂ ਜੀ ਨੇ ਅਗਰ ਮਿਨਿਸਟਰ ਹੁੰਦੇ ਹੋਏ ਆਪਣੀ ਸਰਕਾਰ ਦੇ ਵਿੱਚ ਇਹ ਗੱਲ ਕਹੀ ਕਿ ਆਹ ਮੁੱਦੇ ਹੱਲ ਹੋਣੇ ਚਾਹੀਦੇ ਨੇ, ਉਹ ਕੱਲ੍ਹ ਰਿਪੀਟ ਵੀ ਕੀਤਾ ਉਹਨਾਂ ਨੇ। ਅਤੇ ਉਹ ਅਸੀਂ ਇਸ ਕਰਕੇ ਉਸ ਗੱਲ ਤੋਂ ਅਸੀਂ ਫਿਦਾ ਹੋ ਗਏ ਸੀ। ਅਸੀਂ ਕਿਹਾ ਸੀ ਜਦ ਤੱਕ ਇਹ ਪ੍ਰਧਾਨ ਇਹਦੇ ਵਰਗਾ ਨਹੀਂ ਆਉਂਦਾ ਜਾਂ ਮੁੱਖ ਮੰਤਰੀ ਇਹਦੇ ਵਰਗਾ ਨਹੀਂ ਆਉਂਦਾ, ਉਦੋਂ ਤੱਕ ਅਸੀਂ ਪਾਰਟੀ 'ਚ ਕੰਮ ਨਹੀਂ ਕਰਾਂਗੇ। ਅਗਰ ਸ਼ਾਇਦ ਸਿੱਧੂ ਸਾਹਿਬ ਨਾ ਆਉਂਦੇ ਅਸੀਂ ਆਪਣੇ ਘਰ ਬਹਿ ਜਾਂਦੇ ਆਰਾਮ ਦੇ ਨਾਲ ਕਿ ਅਸੀਂ ਹੁਣ ਕੰਮ ਨਹੀਂ ਕਰਾਂਗੇ ਪਾਰਟੀ ਅੰਦਰ। ਬਿਲਕੁਲ ਮੁੱਦੇ ਰਹਿ ਗਏ ਨੇ ਔਰ ਮੁੱਦੇ ਹੈਗੇ ਨੇ। ਉਹਨਾਂ ਮੁੱਦਿਆਂ ਨੂੰ ਹੱਲ ਕਰਨ ਵਾਸਤੇ ਨਵਜੋਤ ਸਿੰਘ ਸਿੱਧੂ ਅੱਜ ਪ੍ਰਧਾਨ ਬਣੇ ਨੇ ਪੰਜਾਬ ਦੇ। ਅਸੀਂ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿੰਕਾ ਗਾਂਧੀ ਦੇ ਬਹੁਤ ਹੀ ਧੰਨਵਾਦੀ ਹਾਂ। ਪਰ ਕਿਤੇ ਨਾ ਕਿਤੇ ਦਿੱਲੀ ਮਾਡਲ ਤੋਂ ਚੁਣੌਤੀ ਤਾਂ ਹੈ ਕਿ ਉਹ ਤੀਜੀ ਵਾਰ ਸਰਕਾਰ ਬਣਾ ਕੇ ਲੈ ਗਏ ਦਿੱਲੀ 'ਚ। ਸਿੱਧੂ ਸਾਹਿਬ ਨੇ ਵੀ ਮੰਚ ਤੋਂ ਕਿਹਾ ਕਿ ਦਿੱਲੀ ਮਾਡਲ ਨਹੀਂ, ਸਾਡਾ ਪੰਜਾਬ ਮਾਡਲ ਚੱਲੂਗਾ। ਮਤਲਬ ਸਿੱਧੂ ਜੀ ਦੀ ਸਪੀਚ ਵਿੱਚ ਵੀ ਦਿੱਲੀ ਮਾਡਲ ਸੀਗਾ, ਤਾਂ ਮਤਲਬ ਚੁਣੌਤੀ ਤਾਂ ਹੈ ਕਿਤੇ ਨਾ। ਮੈਂ ਤੁਹਾਨੂੰ ਕਹਿ ਰਿਹਾ ਕਿ ਜੇ ਇੱਕ ਪ੍ਰੈਜ਼ੀਡੈਂਟ ਉਹਨਾਂ ਨੇ ਲਾਇਆ ਪੰਜਾਬ ਦਾ, ਤੇ ਇਸੇ ਕਰਕੇ ਲਿਆ ਕੇ ਪੰਜਾਬ ਨੂੰ ਮਾਡਲ ਬਣਾਵਾਂਗੇ। ਸਾਰਾ ਬੜੀ ਮਿਨਿਸਟਰੀ ਦਾ ਤੇ ਲਾ ਕੇ ਉਹਨਾਂ ਨੇ ਤੁਹਾਡੇ ਸਾਹਮਣੇ ਮੁੱਦੇ ਉਠਾਏ ਨੇ ਕਿ ਨਹੀਂ ਵਿਧਾਨ ਸਭਾ 'ਚ, ਤੇ ਅਸੀਂ ਤਾਂ ਉਦੋਂ ਹੀ ਕਾਇਲ ਹੋ ਗਏ ਸੀ ਉਹਨਾਂ ਦੇ। ਮੇਰੀ ਕੋਈ ਸਿੱਧੂ ਸਾਹਿਬ ਨਾਲ ਕੋਈ ਸਾਂਝ ਨਹੀਂ ਹੈ ਭਾਜੀ, ਮੇਰੇ ਨਾਲ, ਮੈਂ ਕੋਈ ਉਹਨਾਂ ਨਾਲ ਪੋਲੀਟੀਕਲੀ ਕੰਮ ਨਹੀਂ ਕੀਤਾ। ਮਗਰ ਇੱਕ ਪ੍ਰੈਜ਼ੀਡੈਂਟ ਕੰਮ ਕਰਨਾ ਚਾਹੁੰਦਾ ਹੈ, ਇੱਕ ਇਨਸਾਨ ਕੰਮ ਕਰਨਾ ਚਾਹੁੰਦਾ ਹੈ, ਤੇ ਸਾਰਾ ਵਰਕਰ ਉਹਦੇ ਨਾਲ ਚੱਲੇਗਾ ਨਾ ਜੀ। ਅਸੀਂ ਅਗਰ ਪਾਰਟੀ ਦੇ ਵਫਾਦਾਰ ਲੋਕ ਹਾਂ ਤੇ ਸਾਨੂੰ ਪਤਾ ਅਗਰ ਇਹੋ ਜਿਹਾ ਪ੍ਰੈਜ਼ੀਡੈਂਟ ਆ ਗਿਆ ਤੇ ਪਾਰਟੀ ਕੱਢ ਕੇ ਲੈ ਜਾਏਗਾ ਔਰ ਲੋਕਾਂ ਨਾਲ ਇਨਸਾਫ ਵੀ ਕਰੇਗਾ, ਜੋ ਕਿ ਪੰਜਾਬ 'ਚ ਇਨਸਾਫ ਨਹੀਂ ਹੋਇਆ। ਅੱਜ ਅਸੀਂ ਇਸ ਗੱਲ ਤੇ ਬਹੁਤ ਜ਼ੋਰ ਦੇ ਰਹੇ ਹਾਂ ਔਰ ਅਸੀਂ ਰਿਕੁਐਸਟ ਵੀ ਕਰ ਰਹੇ ਹਾਂ, ਪਬਲਿਕ ਨੂੰ ਹੱਥ ਵੀ ਜੋੜ ਰਹੇ ਹਾਂ ਕਿ ਇੱਕ ਵਾਰੀ ਜ਼ਰੂਰ ਨਵਜੋਤ ਸਿੰਘ ਸਿੱਧੂ, ਇੱਕ ਵਾਰੀ ਜ਼ਰੂਰ ਨਵਜੋਤ ਸਿੰਘ ਸਿੱਧੂ, ਜਿਹਨੇ 2.5 ਸਾਲ 3 ਸਾਲ ਪਹਿਲੇ ਆਪਣੀ ਮਿਨਿਸਟਰੀ ਤਿਆਗ ਦਿੱਤੀ ਸੀ, ਉਸ ਤੋਂ ਬਾਅਦ ਮਿਨਿਸਟਰੀ ਦਿੱਤੀ, ਫਿਰ ਤਿਆਗ ਦਿੱਤੀ, ਡਿਪਟੀ ਸੀਐਮ ਦਿੱਤਾ, ਫਿਰ ਤਿਆਗ ਦਿੱਤੀ, ਤੇ ਅੱਜ ਪਾਰਟੀ ਨੇ ਬੜਾ ਵੱਡਾ ਉਹਨੂੰ ਮੌਕਾ ਦਿੱਤਾ। ਤੇ ਇਸ ਮੇਰਾ ਖਿਆਲ ਹੈ ਇਸ ਮੌਕੇ ਦੇ ਉੱਤੇ ਪਬਲਿਕ ਵੀ ਨਾਲ ਚਲੇਗੀ ਔਰ ਇੱਕ ਜ਼ਬਰਦਸਤ ਪੰਜਾਬ ਦੇ ਬ੍ਰਾਂਡ ਬਣਨਗੇ ਉਹ ਕਿ ਕਾਂਗਰਸ ਦਾ ਪ੍ਰਧਾਨ ਜਿਹੜਾ ਹੈਗਾ ਉਹ ਪਾਰਟੀ ਨੂੰ ਕੱਢ ਕੇ ਲੈ ਗਿਆ। ਜਾਂਦੇ ਜਾਂਦੇ ਇੱਕ ਸਵਾਲ ਅਸੀਂ ਕਰਾਂਗੇ,
ਪ੍ਰਧਾਨ ਜੀ ਨੇ, ਸਿੱਧੂ ਜੀ ਨੇ ਕੋਈ ਸਪੈਸ਼ਲ ਇੰਸਟਰਕਸ਼ਨ ਕੁਝ ਵਾਸਤੂ ਦੇ ਹਿਸਾਬ ਨਾਲ ਕੁਝ ਇੱਦਾਂ ਦੀ ਡਾਇਰੈਕਸ਼ਨ ਦਿੱਤੀ ਹੋਵੇ ਦਫ਼ਤਰ 'ਚ ਇਹ ਹੋਵੇ ਜਾਂ ਉਹਨਾਂ ਦੇ ਕੈਬਿਨ 'ਚ ਇਸ ਤਰੀਕੇ ਦਾ ਹੋਵੇ ਕੋਈ ਪੁਆਇੰਟ ਜਿਹੜਾ ਉਹਨਾਂ ਨੂੰ ਸੂਟ ਕਰਦਾ ਹੋਵੇ, ਕਿਉਂਕਿ ਉਹ ਇਸ ਤਰੀਕੇ ਦੀਆਂ ਗੱਲਾਂ 'ਚ ਪੂਰਾ ਫੇਥ ਹੈਗਾ ਉਹਨਾਂ ਔਰ ਹੋਣਾ ਵੀ ਚਾਹੀਦਾ। ਮੈਨੂੰ ਇਹ ਵਿੱਚ ਕੋਈ ਉਹ ਨਹੀਂ ਹੈਗਾ, ਇਹ ਚੀਜ਼ ਹੋਣੀ ਵੀ ਚਾਹੀਦੀ ਹੈ ਔਰ ਸਿਸਟਮ ਦੇ ਨਾਲ ਚੱਲਣਾ ਵੀ ਚਾਹੀਦਾ। ਜੋ ਪੂਰਵਜਾਂ ਨੇ ਬਣਾਇਆ, ਜੋ ਉਸ ਪਰਮੇਸ਼ਵਰ ਨੇ ਬਣਾਈ ਹੈ, ਉਸ ਚੀਜ਼ ਨੂੰ ਮੰਨਣਾ ਵੀ ਚਾਹੀਦਾ। ਤੇ ਮੈਨੂੰ ਇਹ ਲੱਗਦਾ ਕਿ ਸਿੱਧੂ ਜੀ ਉਸ ਲਾਈਨ ਤੇ ਚੱਲਦੇ ਨੇ, ਪਰ ਇਹ ਵਾਸੂ ਨਾਲ ਆਲਰੇਡੀ ਬਣਿਆ ਹੋਇਆ ਹੈਗਾ। ਇਹ ਸ਼ੁਰੂ ਤੋਂ ਜਿਹਨਾਂ ਨੇ ਬਣਾਇਆ ਸੀ, ਮੈਂ ਉਦੋਂ 40 ਸਾਲ ਵੀ ਇੱਥੇ ਸੀ, ਉਹ 40 ਸਾਲ ਜੇ ਪਹਿਲੇ ਜਦੋਂ ਬਣਿਆ ਸੀ ਉਦੋਂ ਵੀ ਇੱਥੇ ਸੀ। ਤੇ ਮੈਨੂੰ ਇਹ ਲੱਗਦਾ ਉਦੋਂ ਵੀ ਪੰਡਿਤ ਜੀ ਸਾਡੇ ਇੱਥੇ ਆਏ ਸੀ, ਮੈਨੂੰ ਯਾਦ ਹੈ। ਮੈਂ ਉਦੋਂ ਮੇਰੇ ਖਿਆਲ ਕਿ 18-17 ਸਾਲ ਦਾ ਸੀ, ਮੈਂ ਬਲਾਕ ਪ੍ਰਧਾਨ ਸੀ ਉਦੋਂ ਮੁਹਾਲੀ ਦਾ। ਤੇ ਮੇਰਾ ਕੰਟੀਨਿਊ ਇੱਥੇ ਬੇਅੰਤ ਸਿੰਘ ਸਾਹਿਬ ਵੀ ਇੱਥੇ ਹੁੰਦੇ ਸਨ। ਰੰਧਾਵਾ ਸਾਹਿਬ ਵੇਲੇ ਮੈਂ ਆਲ ਇੰਡੀਆ ਯੂਥ ਕਾਂਗਰਸ 'ਚ ਚਲਾ ਗਿਆ ਸੀ ਜਦੋਂ ਸੀ। ਬਾਕੀ ਸਾਰੇ ਪ੍ਰਧਾਨਾਂ ਨਾਲ ਮੈਂ ਕੰਮ ਕੀਤਾ ਹੈਗਾ ਸਰ, ਤੇ ਮੈਨੂੰ ਉਸੇ ਹਿਸਾਬ ਨਾਲ ਬਣਾਇਆ। ਜੇ ਕਿਤੇ ਸਿੱਧੂ ਸਾਹਿਬ ਆ ਕੇ ਬੈਠਣਗੇ ਫਿਰ ਕਹਿਣਗੇ ਤੇ ਫਿਰ ਵੀ ਤੋੜਪੰਨ ਹੋ ਜਾਏਗੀ ਜੀ, ਕੋਈ ਇਹੋ ਜਿਹੀ ਗੱਲ ਨਹੀਂ। ਵੈਸੇ ਮੇਰਾ ਖਿਆਲ ਹੈ ਪਰਫੈਕਟ ਦਫ਼ਤਰ ਹੈਗਾ, ਇਹਦੇ 'ਚ ਕੋਈ ਕਮੀ ਨਹੀਂ ਹੈਗੀ ਇਹਦੇ 'ਚ। ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਗੁਰਵਿੰਦਰ ਸਿੰਘ ਬਾਲੀ ਦੱਸ ਰਹੇ ਨੇ ਕਿ ਇਸ ਆਫਿਸ ਤੋਂ ਹੈ ਇੱਕ ਜ਼ਬਰਦਸਤ ਸ਼ੁਰੂਆਤ ਜਿਹੜੀ ਹੈ ਉਹ 2022 ਦੇ ਲਈ ਹੋਣ ਵਾਲੀ ਹੈ, ਜਿੱਥੇ ਨਵਜੋਤ ਸਿੰਘ ਸਿੱਧੂ ਵਿਰਾਜਮਾਨ ਹੋ ਕੇ ਕਹਿ ਰਹੇ ਨੇ ਕਿ 15 ਅਗਸਤ ਤੋਂ ਬਿਸਤਰੇ ਵੀ ਇੱਥੇ ਲੱਗਣਗੇ ਤੇ ਇੱਥੋਂ ਦੀ ਜ਼ਬਰਦਸਤ ਤਿਆਰੀ 2022 ਲਈ ਹੋਵੇਗੀ। ਕੈਮਰਾਮੈਨ ਅਮਨਦੀਪ ਦੇ ਨਾਲ ਸ਼ਰਮਿਤ, ਜਗਬਾਣੀ TV, ਚੰਡੀਗੜ੍ਹ। ਚੰਡੀਗੜ੍ਹ ਦੇ ਸੈਕਟਰ 15 ਦੇ ਵਿੱਚ ਪੰਜਾਬ ਕਾਂਗਰਸ ਭਵਨ 'ਚ ਨਵਜੋਤ ਸਿੰਘ ਸਿੱਧੂ ਦੀ ਬੀਤੇ ਦਿਨੀ ਤਾਜਪੋਸ਼ੀ ਹੋਈ ਤੇ ਇੱਥੇ ਪੰਜਾਬ ਤੋਂ ਵੱਡੇ ਕਾਂਗਰਸੀ ਆਗੂ ਇਸ ਸਮਾਗਮ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਪਹੁੰਚੇ। ਇਸੇ ਦੇ ਚੱਲਦੇ ਚੰਡੀਗੜ੍ਹ ਸ਼ਹਿਰ ਦੇ ਵਿੱਚ ਕਾਫੀ ਜ਼ਿਆਦਾ ਆਵਾਜਾਈ ਦੀ ਦਿੱਕਤ ਪੇਸ਼ ਆਈ ਤੇ ਕਈ ਸੈਕਟਰਾਂ ਨੂੰ ਜਾਣ ਵਾਲੀ ਆਵਾਜਾਈ ਨੂੰ ਪੁਲਿਸ ਵੱਲੋਂ ਬੈਰੀਕੇਡ ਲਗਾ ਕੇ ਰੋਕ ਦਿੱਤਾ ਗਿਆ ਤੇ ਇਸ ਨੂੰ ਲੈ ਕੇ ਹੀ ਸੈਕਟਰ 11 ਦੇ ਥਾਣੇ ਵਿੱਚ ਅਣਪਛਾਤੇ ਲੋਕਾਂ ਖਿਲਾਫ ਇੱਕ FIR ਪੁਲਿਸ ਵੱਲੋਂ ਦਰਜ ਕੀਤੀ ਗਈ ਹੈ ਤੇ ਇਹਨਾਂ ਲੋਕਾਂ ਖਿਲਾਫ ਧਾਰਾ 188, 51, 20 ਅਤੇ COVID-19 ਦੇ ਪ੍ਰੋਟੋਕਾਲ ਨੂੰ ਫੋਲੋ ਨਾ ਕਰਨ ਦੇ ਚੱਲਦੇ ਮਾਮਲਾ ਦਰਜ ਕੀਤਾ ਗਿਆ। ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਨਾ ਦੋਹਰੀ ਤਰ੍ਹਾਂ ਦਾ ਮਾਪਦੰਡ ਚੱਲ ਰਿਹਾ ਹੈ, ਦੋਹਰਾ ਮਾਪਦੰਡ ਜਿਹਨੂੰ ਮੈਂ ਕਹਾਂਗਾ। ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਕੁਝ ਦਿਨ ਪਹਿਲਾਂ ਇੱਥੋਂ ਦੇ ਚੰਡੀਗੜ੍ਹ ਪ੍ਰਸ਼ਾਸਨ ਨੇ ਦਫਾ 44 ਲਗਾਈ ਹੈ ਸ਼ਹਿਰ ਦੇ ਵਿੱਚ। ਕੀ ਇਹ ਚੰਡੀਗੜ੍ਹ ਪ੍ਰਸ਼ਾਸਨ ਉਸ ਨੂੰ ਭੁੱਲ ਗਿਆ ਹੈ ਕਿ ਉਹ ਦਫਾ 44 ਸਿਰਫ ਚੰਡੀਗੜ੍ਹ ਦੇ ਵਿੱਚ ਜਿਹੜੇ ਕਿਸਾਨ ਪ੍ਰੋਟੈਸਟ ਕਰ ਰਹੇ ਆ ਉਹਨਾਂ ਦੇ ਲਈ ਆ ਕਿ ਇਹਨਾਂ ਲੋਕਾਂ ਦੇ ਲਈ ਨਹੀਂ ਜਿਹੜੇ ਸਿਆਸੀ ਲੀਡਰ ਅੱਜ ਇੱਥੇ ਆ ਕੇ ਆਪਣਾ ਪ੍ਰਚਾਰ ਕਰ ਰਹੇ ਆ? ਇਹ ਕੀ ਇਹਨਾਂ ਲੋਕਾਂ ਦੇ ਵਾਸਤੇ ਛੂਟ ਹੈ? PGI ਵਾਲਾ ਰੋਡ 11 ਸੈਕਟਰ ਤੇ 15 ਸੈਕਟਰ ਵਾਲਾ ਰੋਡ ਵਿੱਚ ਵਾਲਾ ਰੋਡ ਮੜਕਾ ਚੌਂਕ ਤੋਂ ਲੈ ਕੇ PGI ਚੌਂਕ ਤੱਕ ਬੰਦ ਕੀਤਾ ਹੋਇਆ ਹੈ। ਕੀ ਅੱਜ ਐਂਬੂਲੈਂਸਾਂ ਨੂੰ ਛੁੱਟੀ ਹੋ ਗਈ? ਕੀ ਅੱਜ ਉਰੇ ਮਰੀਜ਼ਾਂ ਨੇ ਨਹੀਂ ਆਉਣਾ? ਜਿੱਦਣ ਚੰਡੀਗੜ੍ਹ ਦੇ ਵਿੱਚ ਕੋਈ ਰੈਲੀ ਹੋਣੀ ਸੀ ਉਸ ਦਿਨ ਇਹਨਾਂ ਨੂੰ ਦਿਖਦਾ ਸੀ ਕਿ PGI ਦੇ ਵਿੱਚ ਮਰੀਜ਼ਾਂ ਨੇ ਆਉਣਾ, ਐਂਬੂਲੈਂਸਾਂ ਨੇ ਆਉਣਾ। ਕੀ ਇਹ ਅੱਜ ਭੁੱਲ ਚੁੱਕੇ ਨੇ ਆਪਣੇ ਹੀ ਬਣਾਏ ਹੋਏ ਕਾਨੂੰਨ ਨੂੰ? ਅੱਜ ਇਹ ਤੋੜ ਰਹੇ ਨੇ, ਚੰਡੀਗੜ੍ਹ ਪ੍ਰਸ਼ਾਸਨ ਤੋੜ ਰਿਹਾ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਉੱਤੇ ਅੱਜ ਕੇਸ ਨਹੀਂ ਹੋਣਾ ਚਾਹੀਦਾ ਕਿ ਇਹਨਾਂ ਲੀਡਰਾਂ ਦੇ ਉੱਤੇ ਅੱਜ ਚੰਡੀਗੜ੍ਹ ਪ੍ਰਸ਼ਾਸਨ ਜਾਂ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਕੇਸ ਕਰੂਗਾ ਕਿ ਸਿਰਫ ਔਰ ਸਿਰਫ ਕਿਸਾਨਾਂ ਦੇ ਲਈ ਇਹ ਰੂਲ ਬਣਿਆ? ਜਾਂ ਚੰਡੀਗੜ੍ਹ ਦੇ ਮਾਰਕੀਟਾਂ ਦੇ ਵਿੱਚ ਜੇ ਲਾਈਨ ਤੋਂ ਬਾਹਰ ਗੱਡੀ ਖੜੀ ਹੋ ਜੇ ਤਾਂ ਚੰਡੀਗੜ੍ਹ ਪੁਲਿਸ ਦੇ ਟ੍ਰੈਫਿਕ ਪੁਲਿਸ ਉਸੇ ਵਕਤ ਚੱਕਣ ਵਾਸਤੇ ਆ ਜਾਂਦੀ ਆ। ਅੱਜ ਯੂਨੀਵਰਸਿਟੀ ਵਾਲੀ ਰੋਡ ਦੇਖੀ ਜਾਵੇ, PGI ਵਾਲਾ ਰੋਡ ਦੇਖਿਆ ਜਾਵੇ, ਇਸ ਰੋਡ ਦੇ ਉੱਤੇ ਸ਼ਰੇਆਮ ਗੱਡੀਆਂ ਖੜੀਆਂ। ਕੀ ਅੱਜ ਇਹਨਾਂ ਦੀਆਂ ਗੱਡੀਆਂ ਚੱਕੀਆਂ ਨਹੀਂ ਜਾਣੀਆਂ ਚਾਹੀਦੀਆਂ? ਇਹ ਚੰਡੀਗੜ੍ਹ ਪ੍ਰਸ਼ਾਸਨ ਕਿਉਂ ਇੱਥੇ ਇਸ ਤਰ੍ਹਾਂ ਦਾ ਵਿਤਕਰਾ ਕਰਦਾ? ਚੰਡੀਗੜ੍ਹ ਦੇ ਲੋਕਾਂ ਦੇ ਨਾਲ ਕਿਉਂ ਵਿਤਕਰਾ ਕਰਦਾ? ਜੇ ਅੱਜ ਇਹਨਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਨੇ ਇੱਥੇ ਦਫਾ 44 ਲਗਾਈ ਹੋਈ ਸੀ ਕਿ ਅੱਜ ਦਾ ਪ੍ਰੋਗਰਾਮ ਹੋਣਾ ਚਾਹੀਦਾ ਸੀ, ਇਹ ਬਿਲਕੁਲ ਨਹੀਂ ਹੋਣਾ ਚਾਹੀਦਾ ਸੀ। ਚੰਡੀਗੜ੍ਹ ਪ੍ਰਸ਼ਾਸਨ ਨੂੰ ਖੁੱਲ੍ਹਾ ਚੈਲੰਜ ਆ, ਅਸੀਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇਸ ਤਰ੍ਹਾਂ ਦਾ ਇਕੱਠ ਕਰਾਂਗੇ। ਪੇਂਡੂ ਸੰਘਰਸ਼ ਕਮੇਟੀ ਇਕੱਠ ਕਰੇਗੀ, ਨੌਜਵਾਨ ਕਿਸਾਨ ਏਕਤਾ ਇਕੱਠ ਕਰੇਗੀ, ਅਸੀਂ ਇਸੇ ਤਰ੍ਹਾਂ ਦੇ ਇਕੱਠ ਕਰਾਂਗੇ ਜਿਸ ਤਰ੍ਹਾਂ ਦਾ ਇਕੱਠ ਅੱਜ ਇੱਥੇ ਹੋ ਰਿਹਾ। ਇਹ ਤਾਂ ਇਹਨਾਂ ਸਾਰਿਆਂ ਦੇ ਉੱਤੇ ਪਰਚੇ ਦਰਜ ਹੋਣੇ ਚਾਹੀਦੇ ਆ। ਚੰਡੀਗੜ੍ਹ ਪ੍ਰਸ਼ਾਸਨ ਜਿਹਨੇ ਆਪਣਾ ਆਪ ਕਾਨੂੰਨ ਬਣਾਇਆ ਇਹ, ਉਹ ਚੰਡੀਗੜ੍ਹ ਪ੍ਰਸ਼ਾਸਨ ਦੇ ਉਹਨਾਂ ਅਧਿਕਾਰੀਆਂ ਦੇ ਉੱਤੇ ਅੱਜ ਪਰਚੇ ਦਰਜ ਹੋਣੇ ਚਾਹੀਦੇ ਆ, ਉੱਚ ਅਧਿਕਾਰੀਆਂ ਦੇ ਉੱਤੇ ਪਰਚੇ ਦਰਜ ਹੋਣੇ ਚਾਹੀਦੇ ਆ ਜਿਹੜੇ ਅੱਜ ਦਫਾ 44 ਦੀ ਅੱਜ ਆਪ ਉਲੰਘਣਾ ਕਰ ਰਹੇ ਆ। ਬਹਿਰਹਾਲ ਇਸ ਮਾਮਲੇ ਵਿੱਚ ਅਜੇ ਤੱਕ ਕਿਸੇ ਦੀ ਕੋਈ ਗ੍ਰਿਫਤਾਰੀ ਤਾਂ ਨਹੀਂ ਹੋਈ ਹੈ, ਲੇਕਿਨ ਚੰਡੀਗੜ੍ਹ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕੀਤੇ ਜਾਣ ਦਾ ਹਵਾਲਾ ਦੇ ਰਹੀ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਚੰਡੀਗੜ੍ਹ ਦੇ ਵਿੱਚ ਧਾਰਾ 144 ਲੱਗੇ ਹੋਣ ਦੇ ਬਾਵਜੂਦ ਵੀ ਇੰਨੀ ਵੱਡੀ ਸੰਖਿਆ ਦੇ ਵਿੱਚ ਆਖਿਰ ਕਿਵੇਂ ਪੰਜਾਬ ਕਾਂਗਰਸ ਦੇ ਇੰਨੇ ਕਾਰਕੁਨ ਅਤੇ ਆਗੂ ਇਕੱਠੇ ਹੋ ਗਏ ਤੇ ਪੁਲਿਸ ਨੇ ਆਖਿਰ ਅਗਿਆਤ ਲੋਕਾਂ ਦੇ ਖਿਲਾਫ ਹੀ ਮਾਮਲਾ ਦਰਜ ਕਿਉਂ ਕੀਤਾ, ਜਦੋਂ ਕਿ ਸਭ ਦੇ ਚਿਹਰਿਆਂ ਅਤੇ ਨਾਵਾਂ ਤੋਂ ਹਰ ਕੋਈ ਜਾਣੂ ਹੈ। ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ, ਜਗਬਾਣੀ TV।
ਅਕਸਰ ਤੁਸੀਂ ਵੇਖਿਆ ਹੋਵੇਗਾ ਕਿ ਖਾਣਾ ਪ੍ਰੋਵਾਈਡ ਕਰਵਾਉਣ ਵਾਲੀਆਂ ਕੰਪਨੀਆਂ ਦੇ ਮੁਲਾਜ਼ਮ ਖਾਣਾ ਹੋਟਲ ਤੋਂ ਲੈ ਕੇ ਤੁਹਾਡੇ ਘਰ ਤੱਕ ਤੁਹਾਨੂੰ ਦੇ ਕੇ ਜਾਂਦੇ ਨੇ, ਲੇਕਿਨ ਇਹ ਤੁਸੀਂ ਘੱਟ ਹੀ ਵੇਖਿਆ ਸੁਣਿਆ ਹੋਵੇਗਾ ਕਿ ਖਾਣਾ ਦੇਣ ਵਾਲੇ ਇਹ ਕੰਪਨੀਆਂ ਦੇ ਮੁਲਾਜ਼ਮ ਸੱਪ ਨੂੰ ਆਪਣੇ ਖਾਣੇ ਵਾਲੇ ਬੈਗ ਦੇ ਵਿੱਚ ਪਾਉਂਦੇ ਹੋਣ। ਜੀ ਹਾਂ, ਅਜਿਹੀਆਂ ਹੀ ਤਸਵੀਰਾਂ ਅਸੀਂ ਤੁਹਾਨੂੰ ਵਿਖਾ ਰਹੇ ਹਾਂ। ਇਹ ਤਸਵੀਰਾਂ ਨੇ ਚੰਡੀਗੜ੍ਹ ਦੇ ਕਿਸ਼ਨਗੜ੍ਹ ਸ਼ਾਸਤਰੀ ਨਗਰ ਰੋਡ ਦੀਆਂ, ਜਿੱਥੇ ਕਿ ਅਜਗਰ ਨੂੰ ਦੇਖਦੇ ਹੋਏ ਯਾਨੀ ਕਿ ਸੱਪ ਨੂੰ ਰੇਂਗਦੇ ਹੋਏ ਜਦੋਂ ਇੱਕ ਵਿਅਕਤੀ ਨੇ ਦੇਖਿਆ ਤਾਂ ਉਸਨੇ ਆਪਣੇ ਬੈਗ ਦੇ ਵਿੱਚ ਇਸ ਅਜਗਰ ਨੂੰ ਫੜ ਕੇ ਬੰਦ ਕਰ ਦਿੱਤਾ। ਇਹ ਵਿਅਕਤੀ ਫੂਡ ਡਿਲੀਵਰ ਕਰਨ ਵਾਲੀ ਕੰਪਨੀ ਜ਼ੋਮੈਟੋ ਦੇ ਵਿੱਚ ਕੰਮ ਕਰਦਾ ਹੈ। ਇਸ ਵਿਅਕਤੀ ਦਾ ਨਾਮ ਜਿਤਰਾਮ ਹੈ, ਜੋ ਕਿ ਚੰਡੀਗੜ੍ਹ ਦੀ ਬਾਪੂ ਧਾਮ ਕਲੋਨੀ ਵਿੱਚ ਰਹਿੰਦਾ ਹੈ। ਜਦੋਂ ਉਹਨਾਂ ਵੇਖਿਆ ਤਾਂ ਸੜਕ ਉੱਤੇ ਤਕਰੀਬਨ 8 ਫੁੱਟ ਲੰਬਾ ਤੇ ਜ਼ਹਿਰੀਲਾ ਅਜਗਰ ਸੜਕ ਉੱਤੇ ਰੇਂਗ ਰਿਹਾ ਸੀ ਅਤੇ ਜਿਤਰਾਮ ਨੇ ਬੜੀ ਸੂਝ-ਬੂਝ ਵਿਖਾਉਂਦੇ ਹੋਏ ਅਜਗਰ ਨੂੰ ਫੜ ਕੇ ਆਪਣੇ ਬੈਗ ਵਿੱਚ ਬੰਦ ਕੀਤਾ ਅਤੇ ਉਸ ਨੂੰ ਪੰਚਕੂਲਾ ਦੇ ਜੰਗਲ ਵਿੱਚ ਛੱਡ ਕੇ ਆਂਦਾ। ਜਿਤਰਾਮ ਨੇ ਦੱਸਿਆ ਕਿ ਜਦੋਂ ਉਹ ਆਪਣੇ ਦੋਸਤ ਨੂੰ ਛੱਡ ਕੇ ਘਰ ਜਾ ਰਿਹਾ ਸੀ ਤਾਂ ਅਚਾਨਕ ਉਸਨੇ ਦੇਖਿਆ ਕਿ ਸੜਕ ਉੱਤੇ ਭੀੜ ਲੱਗੀ ਹੋਈ ਹੈ ਤਾਂ ਉਸਨੇ ਦੇਖਿਆ ਕਿ ਜ਼ਹਿਰੀਲਾ ਅਜਗਰ ਸੜਕ ਉੱਤੇ ਰੇਂਗ ਰਿਹਾ ਸੀ। ਜੇ ਉਹ ਕਿਸੇ ਨੂੰ ਕੱਟ ਲੈਂਦਾ ਤਾਂ ਮੌਕੇ ਤੇ ਕਿਸੇ ਦੀ ਵੀ ਮੌਤ ਹੋ ਸਕਦੀ ਸੀ। ਮਤਲਬ ਕਿਸ਼ਨਗੜ੍ਹ ਰੋਡ ਤੇ ਸੀਗਾ, ਪਬਲਿਕ ਖੜੀ ਸੀ, ਮੈਂ ਤਾਂ ਗੱਡੀ ਤੇ ਨਿਕਲ ਰਿਹਾ ਸੀਗਾ। ਮੈਂ ਸੋਚਿਆ ਕਿਸੇ ਨੂੰ ਕੱਟ ਲੂਗਾ, ਫਿਰ ਫੜ ਕੇ ਮੈਂ ਫਿਰ ਆਪਾਂ ਮਨਸਾ ਦੇਵੀ ਜੰਗਲ 'ਚ ਛੱਡ ਕੇ ਆਏ। ਹਾਂਜੀ, ਮਤਲਬ ਕੋਈ ਵੀ ਹੱਥ ਨਾ ਪਾਏ, ਬਹੁਤ ਜ਼ਹਿਰੀਲਾ ਸੀਗਾ। ਮਤਲਬ ਆਪਾਂ ਬਚਾਓ ਕਰਤਾ ਪਬਲਿਕ। ਕਿੰਨੇ ਫੁੱਟ ਦਾ ਸੀ? ਇਹ ਕੰਮ ਤਾਂ 7 ਫੁੱਟ ਦਾ ਸੀਗਾ। ਤੁਸੀਂ ਆਪ ਹੀ ਆਪਣੀ ਗੱਡੀ ਵਿੱਚ ਪਾ ਲਏ? ਹਾਂਜੀ, ਗੱਡੀ 'ਚ ਪਾ ਕੇ ਲਿਆਏ ਜੀ। ਤੇ ਜ਼ਹਿਰੀਲਾ ਵੀ ਹੁੰਦਾ ਸੀ? ਜ਼ਹਿਰੀਲਾ ਬਹੁਤ ਹੁੰਦਾ ਸੀ। ਠੀਕ ਹੈ। ਤੁਹਾਨੂੰ ਕੋਈ ਕਾਲ ਆਈ ਸੀ ਜਾਂ ਤੁਸੀਂ? ਨਹੀਂ ਕਾਲ ਨਹੀਂ ਆਈ ਸੀ, ਮੈਂ ਤਾਂ ਗੱਡੀ 'ਚ ਜਾ ਰਿਹਾ ਸੀਗਾ। ਕਾਫੀ ਲੋਕੀ ਖੜੇ ਸੀਗੇ ਪਬਲਿਕ, ਤਾਂ ਮੈਂ ਫਿਰ ਜਾ ਕੇ ਫੜ ਕੇ। ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ, ਜਗਬਾਣੀ ਟੀਵੀ। देखो, ऐसा जो दिल बहलाने को ख्याल अच्छा है गालिब, वो उनका मुझे बात समझ नहीं आती कि अपनी पार्टी का अपना इंटरनल सिस्टम देखें, ना कि दूसरों को रिकमेंड करें। सबसे बड़ी उनकी कमजोरी ये नज़र आती है कि अपने घर के अंदर अपना देखें क्या चल रहा है। जितना हालत इस वक्त कांग्रेस पार्टी की ख़राब है, उससे मैं नहीं समझता किसी की भी ज़्यादा ख़राब हो, चाहे वो नेशनल लेवल हो चाहे चंडीगढ़ के अंदर हो। तो इनको अपने आप भीतर देखना चाहिए, दूसरों के घर में तांग झांग नहीं करनी चाहिए। अच्छा, दूसरा है कि कांग्रेस कल शपथ ग्रहण समारोह था, उसमें सरेआम 144 की धज्जियाँ भी उड़ी। कोरोना काल की जो कोरोना गाइडलाइन है उसकी भी सरेआम धज्जियाँ उड़ती दिखाई दी और पुलिस पैरवी करती हुई दिखाई दी। ये भारतीय जनता पार्टी की शासन करने की जो तरीका है वो दिखाता है, बिल्कुल नाकाम है। शहर के लोगों के लिए तो ये कहते हैं कि किसी तरह का प्रोटेस्ट नहीं होना चाहिए, और दूसरी तरफ जहाँ पे लोग ज़्यादा आ जाए वहाँ ये इनकी नाकामी है। ये टोटल और टोटल फेलियर है इस एडमिनिस्ट्रेशन का, जो कि बीजेपी लेड इस वक्त एडमिनिस्ट्रेशन है। चाहे इसमें इनका गवर्नर हो जो बिल्कुल इनके कार्यकर्ता की तरह काम कर रहे हैं, क्योंकि जिस दिन इनके ऊपर अटैक हुआ मेयर और इनके फॉर्मर प्रेसिडेंट के ऊपर, वो बिल्कुल दुखद घटना है, नहीं होना चाहिए शहर में। ये इस शहर का कल्चर नहीं है, हम उसको हर तरफ से बुरी तरह कंडेम करते हैं। पर उसके बाद जो इन्होंने करा इस शहर में, सेक्शन 144 लगाई, उसको अपना जो धज्जियाँ कल उड़ी हैं वो उसके लिए अपना ये दिखाते हैं ये गवर्नेंस करने के लायक ही नहीं है किसी भी तरह। अच्छा सर, दूसरी बात ये है कि जिस तरह से यहाँ पे प्रोटेस्ट हो रहे हैं, यूटी एम्प्लॉइज कर्मचारी ठेकेदारी प्रथा को लेके हो रहे हैं, किसानों के प्रोटेस्ट हो रहे हैं, उसको लेके कहीं 144 तो नहीं ले गई? नहीं, इन्होंने उसके लिए तो वो पहले भी चल रहे थे। जब इनको लगा कि हमारे ऊपर अटैक होने शुरू हो गया तो ये इनकी सोची साजिश अपना साजिश के तहत करा है, क्योंकि ये वैसे भी चुनाव का साल है। जैसे परसों मेयर इनके वहाँ 52 में गए हैं, वो टोटल उसको किलेबंदी कर दी गई है, आम आदमी को वहाँ पहुँचने नहीं दिया गया। तो किस तरह की ये अपना पब्लिक सर्विसेज पब्लिक को अपना ये रेंडर कर रहे हैं कि जिसमें पब्लिक इन्वॉल्वमेंट नहीं है। तो मेयर जा रहा है वहाँ पे, तो क्या इनका गवर्नेंस मॉडल है? आने वाले यदि आप चुनाव जीतते हैं, म्यूनसिपल कॉरपोरेशन आप जीतते हैं, जिस तरह से यहाँ पानी के रेट बढ़े हैं, सीवरेज के रेट बढ़े हैं,
क्या ये कम होंगे? ਬਿਲਕੁਲ ਹੋਣਗੇ। ਤਾਂ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ, ਫਿਰ ਹੋਵੇਗੀ ਮੁਲਾਕਾਤ। ਸਤਿ ਸ਼੍ਰੀ ਅਕਾਲ।